ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਨਿਰਜਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਿਵਈਆ। रोग सोग के मिटैया किदो मानी महामान हो। विद्या के विचार हो के अद्वै अवतार हो के सिद्धता की सूरत हो के शुद्धता की शान हो। जोबन के जाल हो के काल हूँ के काल हो के शत्रन के सूल हो के मित्रन के प्राण हो। जोबन के जाल हो के काल हूँ के काल हो के शत्रन के सूल हो के मित्रन के प्राण हो। सज्जन सच्चा पात साहो सिर साहांद साहो। जिस पास बैठिया सोहिए सबना दावे साहो। सज्जन सच्चा पात साहो सिर साहांद साहो। जिस पास बैठिया सोहिए सबना दावे साहो। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਮਾਰੀ ਗਾਣਤ ਨਾ ਗਣੀਆਂ ਕਾਈ। ਆਪਣਾ ਬਿਰਦ ਪਛਾਣ ਹਾਥ ਦੀ ਰਾਖੀ ਕਰ ਆਪਣੇ। ਸਦਾ ਸਦਾ ਰੰਗ ਮਾਣਾ। ਹਮਾਰੀ ਗਾਣਤ ਨਾ ਗਣੀਆਂ ਕਾਈ। ਆਪਣਾ ਬਿਰਦ ਪਛਾਣ ਹਾਥ ਦੀ ਰਾਖੀ ਕਰ ਆਪਣੇ। ਸਦਾ ਸਦਾ ਰੰਗ ਮਾਣਾ। ਸਾਚਾ ਸਾਹਿਬ ਸਦ ਮਿਹਰਵਾਨਾ। ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਹੋਈ ਸਰਬ ਕਲਿਆਣ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣਾ। ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ। ਜੀਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣਾ। ਆਪਣੇ ਦਾਸ ਕੀ ਆਪ ਪੈਜ ਰਾਖੀ।
ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਭਾ ਨਾਨ ਭਾਨ ਸਤਿਗੁਰੂ, ਚਵਰ ਸ਼ਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਾਤਸ਼ਾਹੀ ਅਸਥਾਨਾਂ ਤੋਂ ਆਪ ਸਭ ਸੰਗਤ ਗੁਰੂ ਕਿਰਪਾ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਨੇ ਰਹਿਮਤ ਤਰਸ ਕਰਕੇ ਇਹ ਸੁਭਾਗੀਆਂ ਘੜੀਆਂ ਸਾਡੀ ਝੋਲੀ ਵਿੱਚ ਪਾਈਆਂ। ਉਹ ਘੜੀਆਂ ਦਾ ਆਨੰਦ ਅਸੀਂ ਮਾਣ ਰਹੇ ਹਾਂ ਜੋ ਘੜੀਆਂ ਸਾਡੀ ਦਰਗਾਹ ਵਿੱਚ ਵੀ ਲਿਖੀਆਂ ਜਾਣੀਆਂ। ਜਿਤਨਾ ਵੀ ਸਮਾਂ ਸੰਸਾਰ ਵਿੱਚ ਬਤੀਤ ਕਰਦੇ ਕਾਰ ਵਿਹਾਰਾਂ ਵਿੱਚ, ਉਹ ਤਾਂ ਲੇਖੇ ਵਿੱਚ ਨਹੀਂ ਹੋਏਗਾ, ਪਰ ਜਿਤਨਾ ਵੀ ਸਮਾਂ ਗੁਰਸਿੱਖ ਗੁਰੂ ਦੀ ਹਜ਼ੂਰੀ ਦੇ ਵਿੱਚ ਬਤੀਤ ਕਰਦਾ ਹੈ, ਗੁਰੂ ਗੁਰੂ ਜਪਦੇ ਹੋਏ ਸਮਾਂ ਬਤੀਤ ਕਰਦਾ ਹੈ, ਉਹ ਸਮਾਂ ਦਰਗਾਹ ਵਿੱਚ ਵੀ ਲਿਖਿਆ ਜਾਂਦਾ। ਸਤਿਗੁਰੂ ਨੇ ਕਿਰਪਾ ਕੀਤੀ, ਇਹ ਘੜੀਆਂ ਬਖਸ਼ੀਆਂ ਸ਼ਬਦ ਦੀ ਵਿਚਾਰ ਵਾਸਤੇ, ਜੋ ਇਸ ਪਾਵਨ ਅਸਥਾਨ ਦੀ ਨਿਤਾ ਪ੍ਰਤ ਮਰਿਆਦਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਸ਼ਬਦ ਦੇ ਭਾਵ ਨੂੰ ਵਸਾ ਸਕੀਏ, ਸ਼ਬਦ ਦੀ ਸਿੱਖਿਆ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕਰਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਰੂਪ ਵਿੱਚ ਆਏ ਹੋਏ ਸ਼ਬਦ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਮੁਬਾਰਕ ਰਸਨਾ ਤੋਂ ਸੋਰਠ ਰਾਗ ਦੇ ਅੰਦਰ ਉਚਾਰਨ ਕਰਦੇ ਹਨ। ਹਮਰੀ ਗਾਣਤ ਨਾ ਗਣੀਆਂ ਗਾਈ, ਆਪਣਾ ਬਿਰਦ ਪਛਾਣਾ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਦਿਆਲਤਾ ਦੀ ਵਿਆਖਿਆ ਸਤਿਗੁਰਾਂ ਨੇ ਕਰਨੀ ਹੈ, ਉੱਥੇ ਸਿੱਖ ਦੇ ਜੀਵਨ ਵਿੱਚ ਸਿੱਖ ਦੀ ਭਾਵਨਾ ਕੀ ਹੁੰਦੀ ਹੈ, ਸਿੱਖ ਕਿਸ ਅਵਸਥਾ ਦਾ ਮਾਲਕ ਹੈ, ਉਹ ਵੀ ਅੱਜ ਦੇ ਸ਼ਬਦ ਦੇ ਵਿੱਚੋਂ ਨਜ਼ਰ ਹੀ ਆਵੇਗਾ। ਇੱਕ ਹੋਰ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਾਂ ਕਿ ਵੇਖੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਕਿਤਨੀ ਸੁੰਦਰ ਹੈ, ਕਿਤਨੀ ਬਾ ਕਮਾਲ ਹੈ। ਜੇ ਅਸੀਂ ਪੜ੍ਹਦੇ ਹਾਂ ਭਾਵਨਾ ਦੇ ਵਿੱਚ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਕਿ ਦੁਨੀਆ ਦੇ ਵਿੱਚ ਦਰਬਾਰ ਬਹੁਤ ਹੋਣਗੇ, ਪਰ ਗੁਰੂ ਨਾਨਕ ਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਬਰਾਬਰੀ ਦੁਨੀਆ ਦਾ ਕੋਈ ਦਰਬਾਰ ਨਹੀਂ ਕਰ ਸਕਦਾ। ਦੁਨੀਆ ਵਿੱਚ ਧਾਰਮਿਕ ਅਸਥਾਨ ਵੀ ਨੇ, ਸਭ ਅਸਥਾਨ ਸਤਿਕਾਰਯੋਗ ਨੇ, ਪਰ ਦੇਖੋ ਗੁਰੂ ਨਾਨਕ ਦੇ ਘਰ ਦੀ ਜੋ ਮਰਿਆਦਾ ਹੈ, ਉਹ ਮਰਿਆਦਾ ਕੱਲੇ ਕੱਲੇ ਸਿੱਖ ਦੇ ਜੀਵਨ ਦੀ ਮਰਿਆਦਾ ਬਣਨੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਹਮੇਸ਼ਾ ਹਰ ਰੋਜ਼ ਅੰਮ੍ਰਿਤ ਵੇਲੇ ਜਿੱਥੇ ਗੁਰੂ ਕੀ ਸੰਗਤ ਜੁੜ ਕਰਕੇ ਪਹਿਲਾਂ ਗੁਰੂ ਗੁਰੂ ਜਪਦੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਤੋਂ ਬਾਅਦ ਪਾਵਨ ਮੁਖਵਾਕ ਆਉਂਦੇ ਆ, ਫਿਰ ਸਾਰੀ ਸੰਗਤ ਰਲ ਕਰਕੇ ਨਿਤਨੇਮ ਕਰਦੀ ਹੈ, ਗੁਰੂ ਕੀ ਬਾਣੀ ਦਾ ਕੀਰਤਨ ਸੁਣਦੀ ਹੈ ਤੇ ਕਰਦੀ ਹੈ। ਉਸ ਉਪਰੰਤ ਐਸੀ ਵਿਲੱਖਣ ਮਰਿਆਦਾ ਕਿ ਜੋ ਪੜ੍ਹਿਆ ਹੈ
ਜੋ ਸੁਣਿਆ ਹੈ, ਜੋ ਗਾਇਆ ਹੈ, ਉਸ ਸ਼ਬਦ ਦੀ ਵਿਚਾਰ ਕਰਨ ਵਾਸਤੇ ਵੀ ਸਮਾਂ ਦਿੱਤਾ ਜਾਂਦਾ ਹੈ। ਧਾਰਮਿਕ ਸਥਾਨ ਬਹੁਤ ਨੇ, ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ, ਮਾਇਆ ਅਰਪਣ ਕਰਕੇ ਨਮਸਕਾਰ ਕਰਕੇ ਬਾਹਰ ਆ ਜਾਂਦੇ ਆ। ਨਾ ਕੋਈ ਧਾਰਮਿਕ ਗ੍ਰੰਥ ਦਾ ਅਧਿਐਨ ਕਰਦਾ ਹੈ, ਨਾ ਕੋਈ ਧਾਰਮਿਕ ਗ੍ਰੰਥਾਂ ਦੀ ਗੱਲ ਦੀ ਵਿਚਾਰ ਕਰਕੇ ਜੀਵਨ ਵਿੱਚ ਲਾਗੂ ਕਰਦਾ ਹੈ। ਮਾਣ ਕਰੀਏ ਗੁਰੂ ਨਾਨਕ ਦੇ ਘਰ ਤੇ, ਸਾਡੇ ਬਜ਼ੁਰਗਾਂ ਤੇ, ਜਿਨ੍ਹਾਂ ਨੇ ਵਿਲੱਖਣ ਮਰਿਆਦਾ ਬੰਨੀ ਕਿ ਕਿਸੇ ਵੀ ਧਾਰਮਿਕ ਸਥਾਨ ਤੇ ਹਰ ਰੋਜ਼ ਆਈ ਹੋਈ ਸੰਗਤ ਨੂੰ ਧਾਰਮਿਕ ਗ੍ਰੰਥ ਦੇ ਅਰਥ ਪੜ੍ਹਾਏ ਨਹੀਂ ਜਾਂਦੇ। ਕੇਵਲ ਗੁਰੂ ਨਾਨਕ ਦਾ ਦਰਬਾਰ ਐਸਾ ਹੈ ਜਿੱਥੇ ਹਰ ਰੋਜ਼ ਗੁਰੂ ਕੀ ਬਾਣੀ ਸਾਰੇ ਸਿੱਖਾਂ ਨੂੰ ਪੜ੍ਹਾਈ ਜਾਂਦੀ ਹੈ, ਵਿਚਾਰ ਕੀਤੀ ਜਾਂਦੀ ਹੈ। ਇਹ ਹੈ ਵਿਲੱਖਣ ਮਰਿਆਦਾ, ਜਿਸ ਨਾਲ ਸਿੱਖਾਂ ਦੇ ਜੀਵਨ ਵਿੱਚ ਤਬਦੀਲੀਆਂ ਆਉਂਦੀਆਂ। ਤੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਪਹਿਲਾਂ ਤੇ ਵੇਖੋ ਸਤਿਗੁਰੂ ਗੁਰਾਂ ਦੇ ਗੁਰੂ ਨੇ, ਪੀਰਾਂ ਦੇ ਪੀਰ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਸਤਿਗੁਰਾਂ ਨੇ ਇੱਕੋ ਭਾਵਨਾ ਹਮੇਸ਼ਾ ਸਿੱਖ ਨੂੰ ਸਿਖਾਈ ਹੈ ਕਿ ਸਿੱਖ ਨੇ ਆਪਣਾ ਆਪ ਕਦੇ ਨਾ ਜਣਾਉਣਾ। ਜੇ ਕੋਈ ਰਹਿਮਤ, ਕੋਈ ਬਖਸ਼ਿਸ਼ ਗੁਰੂ ਦਰਬਾਰ ਵਿੱਚੋਂ ਮਿਲੀ ਹੈ, ਇਹ ਬਚਨ ਨਹੀਂ ਕਰਨੇ ਕਿ ਮੇਰਾ ਜਪ ਤਪ ਹੈ, ਮੇਰੀ ਮਿਹਨਤ ਹੈ, ਮੇਰੀ ਸੇਵਾ ਹੈ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਸਿੱਖੋ ਆਪਣੇ ਕਰਮਾਂ, ਆਪਣੇ ਜਪ ਤਪ, ਆਪਣੀ ਮਿਹਨਤਾਂ ਨਾਲ ਕੁਝ ਨਹੀਂ ਹੁੰਦਾ। ਮਿਹਨਤ ਵੀ ਤਾਂ ਹੀ ਰੰਗ ਲਿਆਉਂਦੀ ਹੈ ਜੇ ਨਦਰ ਗੁਰੂ ਨਾਨਕ ਦੀ ਹੋ ਜਾਵੇ। ਰੀਠੇ ਤਾਂ ਦਰਖਤਾਂ ਨੂੰ ਲੱਗੇ ਆ, ਪਰ ਜਦੋਂ ਰਹਿਮਤਾਂ ਵਾਲੀ ਨਿਗਾਹ ਗੁਰੂ ਨਾਨਕ ਦੀ ਪਈ ਸੀ ਤਾਂ ਹੀ ਕੁੜੱਤਣ ਦੂਰ ਹੋਈ ਸੀ। ਤੇ ਸੱਚਮੁੱਚ ਸਾਡੇ ਜੀਵਨ ਚੋਂ ਵੀ ਹੰਕਾਰ ਦੀ ਕੁੜੱਤਣ ਤਾਂ ਹੀ ਦੂਰ ਹੁੰਦੀ ਹੈ ਜੇ ਗੁਰੂ ਨਾਨਕ ਦੀ ਨਿਗਾਹ ਹੋ ਜਾਵੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਚਨ ਕਰਦੇ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਕਹਿੰਦੇ ਅੱਜ ਜੋ ਵੀ ਬਖਸ਼ਿਸ਼, ਜੋ ਰਹਿਮਤ ਵਰਤੀ ਹੈ ਨਾ, ਇਹਦੇ ਵਿੱਚ ਮੇਰਾ ਕੋਈ ਜਪ ਤਪ ਨਹੀਂ, ਕੋਈ ਮਿਹਨਤ ਨਹੀਂ। ਮੇਰੇ ਤੇ ਗੁਨਾਹਾਂ ਦੀ ਗਿਣਤੀ ਹੀ ਗਿਣੀ ਨਹੀਂ ਜਾ ਸਕਦੀ। ਵੇਖੋ, ਦੇਖਣ ਵਿੱਚ ਆਉਂਦਾ ਸੀ ਜਦੋਂ ਕੋਈ ਤਪੱਸਿਆ ਕਰਨ ਜਾਂਦਾ ਸੀ, ਤਿਆਗ ਕਰਦਾ ਸੀ ਘਰ ਦਾ, ਉਸ ਨੂੰ ਆਪਣੀ ਤਪੱਸਿਆ ਦਾ ਤੇ ਘਰ ਦੇ ਤਿਆਗ ਦਾ ਹੰਕਾਰ ਹੋ ਜਾਂਦਾ ਸੀ। ਦੂਸਰਿਆਂ ਦੇ ਗੁਨਾਹ ਵੇਖਣੇ ਸ਼ੁਰੂ ਕਰ ਦਿੰਦਾ ਸੀ ਤੇ ਆਪਣੇ ਆਪ ਨੂੰ ਬਹੁਤ ਵੱਡਾ ਜਣਾਉਣ ਲੱਗ ਜਾਂਦਾ ਸੀ। ਤੇ ਪੰਜਾਬ ਵਿੱਚ ਆਮ ਕਰਕੇ ਇੱਕ ਆ ਵੀ ਪ੍ਰਚਲਿਤ ਹੈ ਕਿ ਆਪਣੀ ਅਕਲ ਤੇ ਬੇਗਾਨੀ ਮਾਇਆ ਸਭ ਨੂੰ ਵੱਡੀ ਜਾਪਦੀ ਹੈ। ਆਪਣੀ ਅਕਲ, ਬੇਗਾਨੀ ਮਾਇਆ ਸਾਰੇ ਵੱਡੀ ਹੀ ਗਿਣਦੇ ਆ। ਪਰ ਗੁਰੂ ਨਾਨਕ ਸਾਹਿਬ ਦੇ ਘਰ ਨੇ ਇਹ ਚੀਜ਼ ਸਾਨੂੰ ਸਿਖਾਈ ਕਿ ਤੇਰੇ ਕੋਲੋਂ ਇੱਕ ਜਾਂ ਦੋ ਨਹੀਂ, ਬੰਦਾ ਤੇ ਰੋਜ਼ ਇੰਨੀਆਂ ਕਿ ਗਲਤੀਆਂ ਕਰਦਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਇੱਕ ਨਹੀਂ, ਜਿਸ ਤਰ੍ਹਾਂ ਸਾਗਰ ਨੱਕਾ ਨੱਕ ਭਰਿਆ, ਬਸ ਬੰਦੇ ਦੀਆਂ ਗਲਤੀਆਂ ਗੁਨਾਹ ਵੀ ਨੱਕਾ ਨੱਕ ਭਰੇ ਆ। ਪਰ ਜੇ ਬੰਦੇ ਤੇ ਕਿਰਪਾ ਰਹਿਮਤ ਹੋ ਰਹੀ ਹੈ ਤੇ ਇਹ ਉਹਦਾ ਬਿਰਦ ਹੈ, ਇਹ ਉਹਦਾ ਸੁਭਾਅ ਹੈ ਦਿਆਲਤਾ ਦਾ। ਆਪਣਾ ਬਿਰਦ ਪਛਾਣ। ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਗੁਨਾਹ ਨਹੀਂ ਵੇਖੇ, ਮੇਰੀਆਂ ਭੁੱਲਾਂ ਦੀ ਗਿਣਤੀ ਨਹੀਂ ਕੀਤੀ, ਹਿਸਾਬ ਕਿਤਾਬ ਨਹੀਂ ਕੀਤਾ ਮੇਰੀਆਂ ਗਲਤੀਆਂ ਦਾ, ਗੁਨਾਹਾਂ ਦਾ, ਬਲਕਿ ਆਪਣੇ ਦਿਆਲਤਾ ਵਾਲੇ ਸੁਭਾਅ ਦੇ ਨਾਲ ਜਦੋਂ ਮੈਨੂੰ ਨਿਗਾਹ ਭਰ ਕੇ ਵੇਖਿਆ ਤੇ ਜਨਮਾਂ ਜਨਮਾਂ ਦੀ ਮੈਲ ਹੀ ਧੋ ਛੱਡੀ ਹੈ। ਖਾਲਸਾ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀ ਦਰਬਾਰ ਦੇ ਵਿੱਚ ਇੱਕ ਕਵੀ ਹੋਏ ਨੇ, 52 ਕਵੀਆਂ ਚੋਂ ਨਨੂਆ ਬੈਰਾਗੀ। ਜਦੋਂ ਪੌਂਟਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ, ਇਹਨਾਂ ਨੇ ਕਲਗੀਆਂ ਵਾਲੇ ਦੀ ਸਿਫਤ ਦੇ ਵਿੱਚ ਕਲਮ ਚਲਾਈ। ਕਲਗੀਧਰ ਪਾਤਸ਼ਾਹ ਨੂੰ ਹਾਜ਼ਰ ਜਾਣ ਕਰਕੇ ਇਹਨਾਂ ਨੇ ਬਚਨ ਕੀਤਾ, ਤੇਰਿਆਂ ਚਰਨਾਂ ਦੀ ਚੁੱਕ ਮਿੱਟੀ, ਮੇਰੇ ਸਿਰ ਦਾ ਤਾਜ ਵੇ, ਕਦੇ ਨਾ ਡੋਲੇ ਸਦਾ ਸਦਾ, ਕਾਇਮ ਤੇਰਾ ਰਾਜ ਵੇ, ਗਰਭ ਪ੍ਰਹਾਰੀ ਬਿਰਦ ਤੁਸਾਂ ਦਾ, ਹੋ ਗਰੀਬ ਨਵਾਜ ਵੇ, ਨਨੂਆ 8 ਪਹਿਰ ਭਰ ਤੁਹਾਨੂੰ, ਇਹੋ ਵੱਡਾ ਕਾਜ ਵੇ। ਨਨੂਆ ਬੈਰਾਗੀ ਕਹਿੰਦਾ, ਕਲਗੀਆਂ ਵਾਲੇ ਪਾਤਸ਼ਾਹ, ਜਦੋਂ ਤੇਰੇ ਚਰਨਾਂ ਦੀ ਧੂੜੀ ਮੱਥੇ ਨਾਲ ਲਾਉਣਾ ਤੇ ਸੱਚ ਹੈ ਦੁਨੀਆ ਦੇ ਬਾਦਸ਼ਾਹ ਦੇ ਤਾਜ ਦੀ ਚਮਕ ਵੀ ਫਿੱਕੀ ਪੈ ਜਾਂਦੀ ਹੈ ਜਿਸ ਸਿੱਖ ਦੇ ਮੱਥੇ ਦੇ ਉੱਤੇ ਗੁਰੂ ਦੇ ਚਰਨਾਂ ਦੀ ਧੂੜੀ ਲੱਗ ਜਾਵੇ।
ਦੂਸਰਾ ਬਚਨ ਕੀਤਾ, ਪਾਤਸ਼ਾਹ ਤੇਰੇ ਰਾਜ ਦੇ ਵਿੱਚ ਆ ਕੇ ਮੈਂ ਮਹਿਸੂਸ ਕਰਦਾ, ਦੁਨੀਆ ਦੇ ਰਾਜੇ ਮਹਾਰਾਜੇ ਆਉਂਦੇ ਆ, ਰਾਜ ਕਰਦੇ ਆ, ਉਹਨਾਂ ਦਾ ਰਾਜ ਸਮੇਂ ਦੀ ਹੱਦ ਵਿੱਚ ਹੈ, ਪਰ ਸੱਚਮੁੱਚ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਦਾ ਰਾਜ ਸਦਾ ਕਾਇਮ ਰਹੇਗਾ। ਦੁਨੀਆ ਖਤਮ ਹੋ ਸਕਦੀ ਹੈ, ਗੁਰੂ ਨਾਨਕ ਦੇ ਘਰ ਦਾ ਰਾਜ ਖਤਮ ਨਹੀਂ ਹੋ ਸਕਦਾ। ਨਾਨਕ ਰਾਜ ਚਲਾਇਆ, ਸਚ ਕੋਟ ਸਤਾਣੀ ਨੀਵਦਾ। ਤੇ ਤੀਸਰਾ ਬਚਨ ਨਨੂਆ ਵੈਰਾਗੀ ਕਹਿੰਦਾ ਵੀ ਇਹ ਭਾਵਨਾ ਮੇਰੀ ਸੇਵਾ ਜਾਂ ਮੇਰੇ ਜਪ ਤਪ ਨਾਲ ਨਹੀਂ ਆਈ, ਇਹ ਤਾਂ ਗਰਭ ਪ੍ਰਹਾਰੀ ਬਿਰਦ ਤੁਸਾਂ ਦਾ। ਪਾਤਸ਼ਾਹ ਮੈਂ ਤੇ ਹੰਕਾਰ ਨਾਲ ਭਰਿਆ ਸਾਂ, ਵਕਾਰਾਂ ਨਾਲ ਭਰਿਆ ਸਾਂ। ਕਲਗੀਆਂ ਵਾਲਿਆ, ਜਿਸ ਦਿਨ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕੀਤੀ ਤੇ ਗੁਰੂ ਨਾਨਕ ਦੇ ਘਰ ਦੀ ਧੂੜੀ ਨੇ ਮੇਰਾ ਹੰਕਾਰ ਦੂਰ ਕਰ ਦਿੱਤਾ। ਅੱਜ ਤੇਰੇ ਅੱਗੇ ਝੋਲੀ ਅੱਡ ਕੇ ਖੜਿਆ, ਹੋ ਗਰੀਬ ਨਵਾਜ ਵੇ, ਤੂੰ ਕਿਰਪਾ ਕਰ, ਤੂੰ ਗਰੀਬ ਨਵਾਜ ਹੈ, ਮੈਨੂੰ ਵੀ ਨਵਾਜ ਦੇ। ਤੇ ਅਖੀਰ ਵਿੱਚ ਕਿਹਾ, ਨਨੂਆ 8 ਪਹਿਰ ਭਰ ਤੁਹਾਨੂੰ, ਮੈਂ 8 ਪਹਿਰ ਤੈਨੂੰ ਜਪਣ ਦੀ ਮੰਗ ਕਰਦਾ, ਮੈਨੂੰ ਨਵਾਜ ਦੇ ਆਪਣੀ ਯਾਦ ਦੇ ਨਾਲ, ਆਪਣੇ ਨਾਮ ਦੇ ਨਾਲ। ਪਰ ਮੈਂ ਬੇਨਤੀ ਤਾਂ ਕੀਤੀ ਵੀ ਕਲਗੀਆਂ ਵਾਲੇ ਪਾਤਸ਼ਾਹ ਵਾਲੇ ਵੀ ਸਿੱਖਾਂ ਦੀ ਇਹ ਭਾਵਨਾ ਹੀ ਰਹਿੰਦੀ ਸੀ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਕਿ ਭਾਈ ਸਾਡੇ ਗੁਨਾਹਾਂ ਦੀ ਗਿਣਤੀ ਤਾਂ ਗਿਣੀ ਨਹੀਂ ਜਾ ਸਕਦੀ। ਇੱਕ ਪਲ ਦੇ ਵਿੱਚ ਹੀ ਇਨਸਾਨ ਲੱਖਾਂ ਗੁਨਾਹ ਕਰ ਜਾਂਦਾ ਹੈ, ਜਾਣੇ ਅਣਜਾਣੇ ਅੰਦਰ। ਪਰ ਸੱਚਮੁੱਚ ਦੁਨੀਆ ਦੇ ਵਿੱਚ, ਸੰਸਾਰ ਵਿੱਚ ਤੇ ਨਿਰੰਕਾਰ ਵਿੱਚ ਇੱਕ ਫਰਕ ਹੈ। ਸੰਸਾਰ ਨੂੰ ਬੰਦੇ ਦਾ ਇੱਕ ਐਬ ਪਤਾ ਲੱਗ ਜਾਵੇ, ਇੱਕ ਗਲਤੀ ਪਤਾ ਲੱਗ ਜਾਵੇ, ਸੰਸਾਰ ਬੰਦੇ ਦੇ ਇੱਕ ਐਬ ਨੂੰ ਵੀ ਉਛਾਲਦਾ ਹੈ, ਢੰਡੋਰਾ ਪਿੱਟਦਾ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬਾਰ-ਬਾਰ ਝੁਕੀਏ। ਗੁਰੂ ਨਾਨਕ ਨੂੰ ਸਾਡੇ ਲੱਖਾਂ ਐਬ ਪਤਾ ਨੇ, ਪਰ ਸਤਿਗੁਰੂ ਫਿਰ ਵੀ ਦੁਨੀਆ ਦੇ ਵਿੱਚ ਸਾਡੇ ਪਰਦੇ ਢੱਕਦੇ ਨੇ। ਸਤਿਗੁਰ ਸਿੱਖ ਕਾ ਪਰਦਾ ਢੱਕ ਹੈ। ਲੱਖਾਂ ਐਬ ਵੀ ਪਤਾ ਹੋਣ, ਫਿਰ ਵੀ ਗੁਰੂ ਕਹਿੰਦਾ ਕੋਈ ਗੱਲ ਨਹੀਂ, ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਖਾਲਸਾ ਜੀ, ਇਹ ਗੁਰੂ ਕਿਰਪਾ ਕਰਦਾ ਜੋ ਸਾਡੇ ਵਰਗੇ ਪਾਪੀਆਂ ਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਲਈ ਥਾਂ ਦੇ ਦਿੰਦਾ। ਜੇ ਅੱਜ ਗੁਰੂ ਨੇ ਕਿਰਪਾ ਕਰਕੇ ਸ਼ਬਦ ਦੀ ਵਿਚਾਰ ਕਰਨ ਵਾਸਤੇ ਇਹ ਸਮਾਂ ਵੀ ਦਿੱਤਾ ਤੇ ਸੱਚ ਹੈ ਅਸੀਂ ਪਾਪੀ ਹਾਂ, ਸ਼ਬਦ ਦੀ ਵਿਚਾਰ ਜ਼ਬਾਨ ਰਾਹੀਂ ਕਰ ਸਕੀਏ ਇਹ ਹੋ ਹੀ ਨਹੀਂ ਸਕਦਾ। ਇਹ ਤੇ ਗੁਰੂ ਦਾ ਤਰਸ ਹੈ। ਗੁਰੂ ਚਾਹੇ ਤੇ ਭਾਵੇਂ ਗੁੰਗੇ ਤੋਂ ਵੀ ਆਪਣੀ ਹਜ਼ੂਰੀ ਵਿੱਚ ਬਿਠਾ ਕੇ ਸ਼ਬਦ ਦੀ ਵਿਚਾਰ ਕਰਵਾ ਸਕਦਾ ਹੈ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਇਹ ਉਹਦਾ ਸੁਭਾਅ ਹੈ ਕਿ ਉਹ ਸਦਾ ਦਇਆ ਕਰਦਾ ਹੈ, ਗੁਨਾਹਾਂ ਨੂੰ ਬਖਸ਼ਦਾ ਹੈ। ਹਾਥ ਦੇ ਰਾਖੇ ਕਰ ਆਪੁਨੇ, ਸਦਾ ਸਦਾ ਰੰਗ ਮਾਣ। ਸਤਿਗੁਰੂ ਕਹਿੰਦੇ ਜਿਹੜਾ ਇਸ ਤਰ੍ਹਾਂ ਮਨ ਵਿੱਚ ਨੀਵਾਂ ਹੋ ਕਰਕੇ, ਨੀਵੇਂ ਸੋ ਗੋਰਾ ਹੋਏ ਵਾਲੀ ਭਾਵਨਾ ਲੈ ਕਰਕੇ ਗੁਰੂ ਦਰਬਾਰ ਵਿੱਚ ਆਉਂਦਾ, ਉਹਨੂੰ ਗੁਰੂ ਸਦਾ ਹੱਥ ਦੇ ਕੇ ਰੱਖਦਾ ਹੈ। ਉਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਖਾਲਸਾ ਜੀ, ਰੋਜ਼ਾਨਾ ਗੁਰੂ ਘਰਾਂ 'ਚ ਅਰਦਾਸ ਹੁੰਦੀ ਹੈ। ਸਿੱਖ ਵੀ ਨਿਤਨੇਮ ਤੋਂ ਬਾਅਦ ਅਰਦਾਸ ਕਰਦਾ। ਦੇਖੋ ਸਾਡੇ ਬਜ਼ੁਰਗ ਜਿਹੜੇ ਸਨ ਬੜੀ ਭਾਵਨਾ ਵਾਲੇ ਸਨ। ਅਰਦਾਸ ਵੀ ਜਦੋਂ ਉਹਨਾਂ ਨੇ ਲਿਖੀ, ਅਰਦਾਸ ਵਿੱਚ ਵੀ ਕੈਸੇ ਭਾਵਨਾ ਭਰਪੂਰ ਬਚਨ ਲਿਖੇ। ਇੱਕ ਬਚਨ ਆਉਂਦਾ, ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਸਿੱਖ ਦੀ ਅਵਸਥਾ ਦੀ ਵਿਆਖਿਆ ਅਰਦਾਸ ਕਰ ਦਿੰਦੀ ਹੈ। ਉਹਦੇ ਤੇ ਗੁਰੂ ਕਿਰਪਾ ਕਰਕੇ ਹੱਥ ਰੱਖਦਾ। ਜਿਸ ਸਿੱਖ ਦਾ ਮਨ ਨੀਵਾ ਹੋਵੇ ਤੇ ਮਤ ਉੱਚੀ ਹੋਵੇ, ਭਾਵ ਸਿੱਖ ਦੇ ਕੋਲ ਭਾਵੇਂ ਬ੍ਰਹਮ ਦਾ ਗਿਆਨ ਹੋਵੇ, ਪਰ ਕਦੇ ਵੀ ਆਪਣੇ ਗਿਆਨ ਦੇ ਨਾਲ, ਗਿਆਨ ਦੇ ਹੰਕਾਰ ਦੇ ਨਾਲ ਦੂਸਰੇ ਨੂੰ ਨੀਵਾਂ ਨਾ ਵਿਖਾਵੇ। ਜਿਹੜਾ ਆਪਣੇ ਗਿਆਨ ਦੇ ਨਾਲ ਦੂਸਰੇ ਨੂੰ ਨੀਵਾਂ ਵਿਖਾਉਂਦਾ, ਗੁਰੂ ਨਾਨਕ ਦੇ ਘਰ ਵਿੱਚ ਕਦੇ ਥਾਂ ਨਹੀਂ ਮਿਲਦੀ। ਇੱਥੇ ਤੇ ਉਹਨਾਂ ਨੂੰ ਥਾਂ ਮਿਲਦੀ ਹੈ ਜਿਨ੍ਹਾਂ ਦੀ ਮੱਤ ਭਾਵੇਂ ਉੱਚੀ ਹੈ, ਪਰ ਮਨ ਇਤਨਾ ਨੀਵਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਤਰ੍ਹਾਂ ਸਦਾ ਗੁਰੂ ਕੀਆਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਭਾਵਨਾ ਰੱਖਦਾ ਹੈ। ਸਾਡੇ ਪੂਰਵਜਾਂ ਨੇ ਅਰਦਾਸ ਵਿੱਚ ਸਾਨੂੰ ਸਿਖਾਇਆ ਕਿ ਜਦੋਂ ਵੀ ਗੁਰੂ ਕੋਲੋਂ ਮੰਗਣਾ, ਇਹੀ ਮੰਗਣਾ, ਪਾਤਸ਼ਾਹ ਭਾਵੇਂ ਸ਼ਬਦ ਦੀ ਮੱਤ ਸਾਨੂੰ ਦੇ ਦੇਈਂ,
ਪਰ ਸਾਡਾ ਮਨ ਹਮੇਸ਼ਾ ਇਤਨਾ ਕਿ ਨੀਵਾ ਰਵੇ ਕਿ ਸਾਡੇ ਮੁਖ ਦੇ ਵਿੱਚੋਂ ਕਦੇ ਵੀ ਕਿਸੇ ਦੇ ਦਿਲ ਦੁਖਾਉਣ ਵਾਲੇ ਬਚਨ ਨਾ ਨਿਕਲਣ। ਇਹ ਸਿੱਖ ਦੇ ਜੀਵਨ ਦੀ ਭਾਵਨਾ ਹੁੰਦੀ ਹੈ। ਤੇ ਜਿਹੜਾ ਮਨ ਨੀਵਾ ਰੱਖ ਕੇ ਗੁਰੂ ਕੋਲ ਆਉਂਦਾ ਹੈ, ਸਤਿਗੁਰੂ ਕਹਿੰਦੇ ਹਾਥ ਦੇ ਰਾਖੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਥ ਦੇ ਰਾਖੇ ਕਰ ਆਪਣੇ। ਗੁਰੂ ਸਦਾ ਉਹਨੂੰ ਹੱਥ ਦੇ ਕੇ ਰੱਖਦਾ ਹੈ, ਆਪਣੀ ਗੋਦ ਵਿੱਚ ਰੱਖਦਾ, ਆਪਣੀ ਹਜ਼ੂਰੀ ਵਿੱਚ ਰੱਖਦਾ। ਹੱਥ ਦੇ ਕੇ ਰੱਖਣ ਤੋਂ ਭਾਵ ਸੰਸਾਰ ਵਿੱਚ ਜੀਵਨ ਬਤੀਤ ਕਰਦਿਆਂ ਸੰਸਾਰਿਕ ਰੋਗ ਵੀ ਆਉਂਦੇ ਨੇ, ਮਾਨਸਿਕ ਰੋਗ ਵੀ ਆਉਂਦੇ ਆ। ਬੰਦਾ ਦੁਖੀ ਵੀ ਹੁੰਦਾ ਹੈ। ਦੁੱਖ ਭਾਵੇਂ ਜਿੱਡਾ ਮਰਜੀ ਵੱਡਾ ਆ ਜਾਵੇ, ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ ਉਹਦਾ ਵਾਲ ਵਿੰਗਾ ਨਹੀਂ ਹੁੰਦਾ। ਭਾਈ ਰਣਧੀਰ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਹੈ। ਭਾਈ ਰਣਧੀਰ ਸਿੰਘ ਜੀ ਸੁਖਮਨੀ ਸਾਹਿਬ ਦਾ ਪਾਠ ਕਰਦੇ, ਇੱਕ ਦਿਨ ਪਾਠ ਕਰਦੇ ਕਰਦੇ ਪੰਕਤੀ ਆਈ, ਸਰਬ ਰੋਗ ਕਾ ਔਖਦ ਨਾਮ। ਇਸ ਪੰਕਤੀ ਦੇ ਉੱਪਰ ਆਏ ਸੁਰਤ ਨੇ ਐਸੀ ਉਡਾਰੀ ਮਾਰੀ, ਕਹਿੰਦੇ ਇਹੀ ਪੰਕਤੀ ਬਾਰ-ਬਾਰ ਜਪੀ ਗਏ, ਸਰਬ ਰੋਗ ਕਾ ਔਖਦ ਨਾਮ, ਸਰਬ ਰੋਗ ਕਾ ਔਖਦ ਨਾਮ। ਪਿਤਾ ਨੇ ਪੁੱਛਿਆ ਇੱਕ ਪੰਕਤੀ ਬਾਰ-ਬਾਰ ਕਿਉਂ? ਭਾਈ ਸਾਹਿਬ ਕਹਿੰਦੇ ਗੁਰੂ ਦਾ ਨਾਮ ਕਿੱਡਾ ਰਹਿਮਤਾਂ ਵਾਲਾ, ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਵੇ, ਨਾਮ ਜਪਣ ਵਾਲੇ ਦੀ ਪਰੇਸ਼ਾਨੀ ਨਾਮ ਦੂਰ ਕਰ ਦਿੰਦਾ ਹੈ। ਪਿਤਾ ਜੀ ਕਹਿਣ ਲੱਗੇ ਭਾਈ ਨਾਮ ਜਪ ਕੇ ਆਤਮਾ ਦੇ ਮਾਨਸਿਕ ਰੋਗ ਠੀਕ ਹੁੰਦੇ ਆ, ਸਰੀਰਕ ਬਿਮਾਰੀਆਂ ਨਾਮ ਜਪ ਕੇ ਠੀਕ ਨਹੀਂ ਹੁੰਦੀਆਂ। ਅੱਜ ਵੀ ਬੜਾ ਕਲਯੁਗ ਦੇ ਅੰਦਰ ਸ਼ੰਕਾਵਾਦੀ ਪ੍ਰਚਾਰ ਚੱਲਦਾ, ਪਰ ਗੁਰੂ ਨੇ ਕਿਹਾ ਸਰਬ ਰੋਗ ਕਾ ਔਖਦ ਨਾਮ। ਭਾਈ ਰਣਧੀਰ ਸਿੰਘ ਕਹਿੰਦੇ ਮੇਰੇ ਪਿਤਾ ਕਹਿਣ ਲੱਗੇ ਨਾਮ ਜਪ ਕੇ ਸਰੀਰਕ ਬਿਮਾਰੀਆਂ ਨਹੀਂ ਦੂਰ ਹੁੰਦੀਆਂ। ਸਮਾਂ ਆਇਆ, ਕੁਝ ਸਮੇਂ ਬਾਅਦ ਪਿਤਾ ਜੀ ਅਚਾਨਕ ਬਿਮਾਰ ਹੋ ਗਏ, ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋ ਗਏ। ਹਸਪਤਾਲ ਲੁਧਿਆਣੇ ਸਿਵਲ ਹਸਪਤਾਲ ਭਰਤੀ ਕਰਾਉਣਾ ਪਿਆ। ਡਾਕਟਰਾਂ ਨੇ ਕਿਹਾ 3-3 ਘੰਟੇ ਬਾਅਦ ਚੈੱਕਅਪ ਕਰਨਾ ਪਵੇਗਾ। ਬਹੁਤ ਜ਼ਿਆਦਾ ਗੰਭੀਰ ਹਾਲਤ ਦੇ ਵਿੱਚ ਨੇ। ਭਾਈ ਰਣਧੀਰ ਸਿੰਘ ਕਹਿੰਦੇ ਪਿਤਾ ਦੀ ਸੇਵਾ ਵਾਸਤੇ ਮੈਨੂੰ ਹਸਪਤਾਲ ਰੁਕਣਾ ਪਿਆ। ਕਹਿੰਦੇ ਇਤਨੇ ਨੂੰ ਲੁਧਿਆਣੇ ਦੇ ਵਿੱਚ ਮਲੇਰੀਆ ਤਾਪ ਫੈਲ ਗਿਆ। ਕੋਈ ਵੀ ਬੰਦਾ ਆਪਣੇ ਘਰ ਤੋਂ ਕੁਝ ਪਲ ਲਈ ਵੀ ਬਾਹਰ ਜਾਂਦਾ ਸੀ, ਉਹਨੂੰ ਮਲੇਰੀਆ ਤਾਪ ਹੋ ਜਾਂਦਾ ਸੀ। ਕਹਿੰਦੇ ਭਾਈ ਰਣਧੀਰ ਸਿੰਘ ਜੀ ਮੈਂ ਫਿਰ ਵੀ ਆਪਣੇ ਪਿਤਾ ਨੂੰ ਛੱਡ ਕੇ ਗਿਆ ਨਹੀਂ, ਭਾਵੇਂ ਮਲੇਰੀਆ ਤਾਪ ਫੈਲ ਗਿਆ, ਪਰ ਗੁਰੂ ਦਾ ਹੁਕਮ ਹੈ ਮਾਪਿਆਂ ਦੀ ਸੇਵਾ ਵੀ ਰੱਬ ਜਾਣ ਕੇ ਕਰਨੀ। ਇਹ ਅੱਜ ਦੇ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਕਿ ਮਾਪਿਆਂ ਨੂੰ ਰੱਬ ਜਾਣ ਕਰਕੇ ਮਾਪਿਆਂ ਦੇ ਆਗਿਆਕਾਰੀ ਹੋ ਕੇ ਸੇਵਾ ਕਰਨੀ। ਭਾਈ ਰਣਧੀਰ ਸਿੰਘ ਜੀ ਸੇਵਾ ਵਿੱਚ ਰਹੇ। ਕਹਿੰਦੇ ਭਾਈ ਸਾਹਿਬ ਨੂੰ ਵੀ ਮਲੇਰੀਆ ਤਾਪ ਹੋ ਗਿਆ, ਬਹੁਤ ਜ਼ਿਆਦਾ ਬਿਮਾਰ ਹੋ ਗਏ। ਇਤਨੇ ਜ਼ਿਆਦਾ ਸਰੀਰ ਕਰਕੇ ਕਮਜ਼ੋਰੀ ਆ ਗਈ, ਇਤਨੀ ਜ਼ਿਆਦਾ ਸਰੀਰ ਦੇ ਵਿੱਚ ਕੰਬਣੀ ਆ ਗਈ। ਕਹਿੰਦੇ ਦਵਾ ਲੈਣ ਵਾਸਤੇ ਜਾ ਰਹੇ ਸਨ ਪਿਤਾ ਜੀ ਦੇ ਵਾਸਤੇ, ਕਹਿੰਦੇ ਜਾਣ ਤੋਂ ਪਹਿਲਾਂ ਹੀ ਬੇਹੋਸ਼ ਹੋ ਕੇ ਗਿਰ ਗਏ। ਡਾਕਟਰਾਂ ਨੇ ਬਿਸਤਰੇ ਦੇ ਉੱਤੇ ਲੰਮਾ ਪਾ ਦਿੱਤਾ। ਪਿਤਾ ਜੀ ਦੇ ਨਾਲ ਇੱਕ ਮੰਜੇ ਦੇ ਉੱਤੇ ਹੁਣ ਭਾਈ ਰਣਧੀਰ ਸਿੰਘ ਜੀ ਨੂੰ ਲੰਮਿਆਂ ਪਾ ਦਿੱਤਾ। ਤੇ ਭਾਈ ਰਣਧੀਰ ਸਿੰਘ ਜੀ ਜਦੋਂ ਬਿਮਾਰ ਹੋਏ, ਨਾਲੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਡਾਕਟਰ ਆ ਕੇ ਕਹਿਣ ਲੱਗਾ ਤੇਰਾ ਪਿਤਾ ਬਿਮਾਰ ਹੈ, ਆ ਦਵਾਈ ਖਾ ਲੈ, ਜਪਜੀ ਸਾਹਿਬ ਨੂੰ ਛੱਡ ਦੇ, ਦਵਾਈ ਖਾ ਤੇ ਆਪਣੇ ਪਿਤਾ ਦੀ ਦੇਖਭਾਲ ਕਰ। ਤੇ ਅੱਗੋਂ ਭਾਈ ਰਣਧੀਰ ਸਿੰਘ ਕਹਿੰਦੇ ਤੇਰੀ ਦਵਾਈ ਨਾਲ ਹਜੇ ਤੱਕ ਮੇਰੇ ਪਿਤਾ ਠੀਕ ਨਹੀਂ ਹੋਏ, ਹੁਣ ਇੱਕ ਵਾਰ ਮੇਰੀ ਦਵਾਈ ਖਾ ਕੇ ਵੇਖ, ਸਾਰਾ ਲੁਧਿਆਣਾ ਠੀਕ ਹੋ ਜਾਵੇਗਾ। ਭਾਈ ਰਣਧੀਰ ਸਿੰਘ ਜੀ ਨੇ ਦਵਾਈ ਨਹੀਂ ਖਾਧੀ, ਜਪਜੀ ਸਾਹਿਬ ਦੇ ਪਾਠ ਕਰੀ ਗਏ। ਇਧਰੋਂ ਜਪਜੀ ਸਾਹਿਬ ਦਾ ਇੱਕ ਪਾਠ ਕੀਤਾ। ਕਹਿੰਦੇ ਪਿਤਾ ਜੀ ਦੀ ਹਾਲਤ ਹੋਰ ਨਾਜ਼ੁਕ ਹੋ ਗਈ, ਬੇਹੋਸ਼ੀ ਵਿੱਚ ਜਾਣ ਲੱਗੇ, ਪਰ ਭਾਈ ਰਣਧੀਰ ਸਿੰਘ ਘਬਰਾਏ ਨਹੀਂ। ਇਹ ਭਾਵਨਾ ਹੁੰਦੀ ਹੈ ਸਿੱਖ ਦੀ, ਘਬਰਾਏ ਨਹੀਂ, ਪਾਠ ਕਰੀ ਗਏ। ਕਹਿੰਦੇ ਜਦੋਂ 5 ਪਾਠ ਜਪਜੀ ਸਾਹਿਬ ਦੇ ਪੂਰੇ ਹੋ ਗਏ, ਕਹਿੰਦੇ ਭਾਈ ਰਣਧੀਰ ਸਿੰਘ ਜੀ ਦਾ ਪਿੰਡਾ ਸਾਰਾ ਸਰੀਰ ਮੁੜਕੋ ਮੁੜਕੀ ਪਸੀਨੇ ਦੇ ਨਾਲ, ਤੇ ਭਾਈ ਰਣਧੀਰ ਸਿੰਘ ਦੇ ਅੰਦਰ ਨਾਮ ਦੀ ਤਾਕਤ ਵਰਤੀ। ਮਲੇਰੀਆ ਤਾਪ ਬਿਨਾਂ ਦਵਾਈ ਖਾਦੇ ਜਪਜੀ ਸਾਹਿਬ ਦੇ ਪਾਠ ਦੇ ਨਾਲ ਠੀਕ ਹੋ ਗਿਆ। ਤੇ ਜਦੋਂ ਖੜੇ ਹੋ ਕੇ ਵੇਖਿਆ, ਆਪਣੇ ਪਿਤਾ ਜੀ ਕੋਲ ਗਏ ਤੇ ਕਹਿੰਦੇ ਪਿਤਾ ਜੀ ਵੀ ਚੌਂਕੜਾ ਲਾ ਕਰਕੇ ਪੌੜੀ ਪੜ ਰਹੇ ਸਨ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ। ਇਹ ਪੰਕਤੀਆਂ ਦਾ ਜਾਪ ਕਰ ਰਹੇ ਸਨ। ਜਦੋਂ ਜਪਜੀ ਸਾਹਿਬ ਦਾ ਪਾਠ ਪੂਰਾ ਹੋਇਆ, ਭਾਈ ਰਣਧੀਰ ਸਿੰਘ ਜੀ ਕਹਿੰਦੇ ਪਿਤਾ ਜੀ ਹਾਲਤ ਠੀਕ ਹੈ, ਸਿਹਤ ਠੀਕ ਹੈ? ਕਹਿੰਦੇ ਬੱਚਿਆ
ਮੈਂ ਸੋਚਦਾ ਸਾਂ ਨਾਮ ਸਰੀਰਕ ਬਿਮਾਰੀਆਂ ਦੂਰ ਨਹੀਂ ਕਰਦਾ, ਪਰ ਜਦੋਂ ਤੂੰ ਜਪਜੀ ਸਾਹਿਬ ਦੇ ਪਾਠ ਆਰੰਭ ਕੀਤੇ ਮੈਂ ਬੇਹੋਸ਼ੀ ਵਿੱਚ ਸਾਂ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸ਼ਹੀਦ ਵੀ ਆ ਕੇ ਕਹਿ ਰਹੇ ਹੁਣ ਜੇ ਬਚਣਾ ਹੈ ਤੇ ਜਪਜੀ ਸਾਹਿਬ ਦਾ ਪੱਲਾ ਫੜ ਲੈ। ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਦੋਵੇਂ ਠੀਕ ਹੋ ਗਏ। ਡਾਕਟਰ ਆਇਆ ਬੜਾ ਖੁਸ਼, ਕਹਿੰਦਾ ਦੇਖਿਆ ਮੇਰੀ ਦਵਾਈ ਨਾਲ ਠੀਕ ਹੋ ਗਏ। ਭਾਈ ਰਣਧੀਰ ਸਿੰਘ ਕਹਿੰਦੇ ਤੇਰੀ ਦਵਾਈ ਤਾਂ ਮੇਜ਼ ਤੇ ਹੀ ਪਈ ਹੈ, ਜਿਹੜੀ ਬਾਬੇ ਨਾਨਕ ਦੀ ਦਵਾਈ ਸੀ ਉਹ ਸਾਡੇ ਹਿਰਦੇ ਵਿੱਚ ਵਸੀ ਹੋਈ ਹੈ। ਸੋ ਖਾਲਸਾ ਜੀ, ਇਸ ਕਰਕੇ ਗੁਰੂ ਕੀ ਬਾਣੀ ਨੇ ਕਿਹਾ ਸਰਬ ਰੋਗ ਕਾ ਔਖਦ ਨਾਮ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, RAM ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਦੁਨੀਆ ਦੇ ਵਿੱਚ ਜਿਹੜਾ ਮਰਜ਼ੀ ਦੁੱਖ ਆਇਆ ਹੋਵੇ, ਮੈਂ ਬੇਨਤੀ ਕਰਾਂ ਥਾਂ ਥਾਂ ਤੇ ਭਟਕਣ ਨਾਲੋਂ ਕੇਵਲ ਜਪਜੀ ਸਾਹਿਬ ਦਾ ਪੱਲਾ ਪਕੜੋ, ਨਾਮ ਦਾ ਪੱਲਾ ਪਕੜੋ। ਜਿਹੜਾ ਦੁੱਖ ਦੁਨੀਆ ਤੇ ਕੋਈ ਦੂਰ ਨਹੀਂ ਕਰ ਸਕਦਾ, ਗੁਰੂ ਨਾਨਕ ਦਾ ਜਪਜੀ ਸਾਹਿਬ ਉਹ ਦੁੱਖ ਵੀ ਦੂਰ ਕਰ ਸਕਦਾ ਹੈ। ਖਾਲਸਾ ਜੀ, ਮੈਂ ਇੱਕ ਹੋਰ ਬਚਨ ਆਪ ਜੀ ਨਾਲ ਸਾਂਝਾ ਕਰਾਂ। ਇੱਕ ਸਵਾਮੀ ਨਿਤਿਆਨੰਦ ਹੋਏ ਨੀਲਗੜੀ ਰਿਸ਼ੀਕੇਸ਼ ਵਾਲੇ, ਸਨਾਤਨ ਮਤ ਦੇ ਮਹਾਤਮਾ। ਇਹਨਾਂ ਨੇ ਆਪਣੇ ਜੀਵਨ ਵਿੱਚ ਇੱਕ ਗੱਲ ਲਿਖੀ ਹੈ। ਕਹਿੰਦੇ ਮੇਰੀ ਜਿਹੜੇ ਗੁਰਦੇਵ ਸਨ ਸਵਾਮੀ ਬ੍ਰਹਮਾਨੰਦ ਸੀ ਉਹਨਾਂ ਦਾ ਨਾਮ। ਕਹਿੰਦੇ ਮੇਰਾ ਜਨਮ ਬੰਗਾਲ ਦੇਸ਼ ਵਿੱਚ ਹੋਇਆ ਸੀ। ਸਵਾਮੀ ਬ੍ਰਹਮਾਨੰਦ ਭਿਕਸ਼ੂ ਸੀ, ਥਾਂ ਥਾਂ ਤੇ ਜਾਇਆ ਕਰਦੇ ਸੀ, ਜੋਗੀ ਸੀ। ਕਹਿੰਦੇ ਇੱਕ ਦਿਨ ਸਾਡੇ ਘਰ ਆਏ, ਮੈਂ 10 ਸਾਲਾਂ ਦਾ ਸਾਂ ਤੇ ਮੇਰੇ ਮਾਤਾ ਪਿਤਾ ਕੋਲੋਂ ਮੈਨੂੰ ਮੰਗ ਕੇ ਲੈ ਕੇ ਆ ਗਏ। ਸਵਾਮੀ ਬ੍ਰਹਮਾਨੰਦ ਕੋਲ ਵਾਕ ਸਿੱਧੀ ਸੀ, ਜੋ ਮੂੰਹ ਵਿੱਚੋਂ ਬੋਲਦੇ ਸੀ ਸੱਚ ਹੁੰਦਾ ਸੀ, ਰਿੱਧੀਆਂ ਸਿੱਧੀਆਂ ਵੀ ਬਹੁਤ ਸਨ। ਕਹਿੰਦੇ ਮੈਂ ਸਵਾਮੀ ਬ੍ਰਹਮਾਨੰਦ ਦੀ ਸੰਗਤ ਵਿੱਚ ਭਾਰਤ ਦਾ ਬਹੁਤ ਰਟਨ ਕੀਤਾ, ਬਹੁਤ ਧਾਰਮਿਕ ਸਥਾਨਾਂ ਤੇ ਗਿਆ। ਜਿੱਥੇ ਵੀ ਧਾਰਮਿਕ ਸਥਾਨ ਤੇ ਸਵਾਮੀ ਨੇ ਜਾਣਾ, ਉੱਥੇ ਜਾ ਕਰਕੇ ਆਪਣੇ ਗਿਆਨ ਦੀ, ਆਪਣੇ ਮੰਤਰਾਂ ਦੀ ਪ੍ਰਦਰਸ਼ਨੀ ਕਰਕੇ ਵਿਖਾਉਣੀ, ਭੀੜ ਇਕੱਠਿਆਂ ਕਰ ਲੈਣੀ। ਕਹਿੰਦੇ ਇੱਕ ਦਿਨ ਪੰਜਾਬ ਦੀ ਧਰਤੀ ਤੇ, ਅੰਮ੍ਰਿਤਸਰ ਦੀ ਧਰਤੀ ਤੇ ਸਵਾਮੀ ਬ੍ਰਹਮਾਨੰਦ ਆਏ। ਸਵਾਮੀ ਨਿਤਿਆਨੰਦ ਉਹਨਾਂ ਦੇ ਨਾਲ ਆਏ। ਇੱਥੇ ਇੱਕ ਉਦਾਸੀਨ ਮਹਾਤਮਾ ਸਵਾਮੀ ਸਤਿਆਨੰਦ ਦੇ ਨਾਲ ਮੁਲਾਕਾਤ ਹੋ ਗਈ। ਸਵਾਮੀ ਸਤਿਆਨੰਦ ਨੇ ਇੱਕੋ ਗੱਲ ਕਹੀ, ਕਹਿੰਦੇ ਬਹੁਤ ਥਾਵਾਂ ਤੇ ਜਾ ਕੇ ਪ੍ਰਦਰਸ਼ਨੀ ਕੀਤੀ ਹੈ, ਜਾਓ ਇੱਕ ਵਾਰ ਗੁਰੂ ਰਾਮਦਾਸ ਦੇ ਘਰ ਵਿੱਚ ਜਾ ਕੇ ਆਓ। ਕਹਿੰਦੇ ਸਵਾਮੀ ਬ੍ਰਹਮਾਨੰਦ ਦੇ ਨਾਲ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। ਕਹਿੰਦਾ ਉਹ ਤਰੰਗਾਂ ਮੈਂ ਪਹਿਲੀ ਵਾਰੀ ਮਹਿਸੂਸ ਕੀਤੀਆਂ। ਜਦੋਂ ਹੋਰ ਥਾਵਾਂ ਤੇ ਸਵਾਮੀ ਨੇ ਜਾਣਾ ਤੇ ਚਿਹਰੇ ਦੇ ਉੱਤੇ ਇੱਕ ਹੰਕਾਰ ਦਾ ਹਾਸਾ ਵੀ ਹੁੰਦਾ ਸੀ, ਇੱਕ ਰਿੱਧੀਆਂ ਸਿੱਧੀਆਂ ਦਾ ਮਾਣ ਵੀ ਹੁੰਦਾ ਸੀ। ਪਰ ਜਦੋਂ ਪਹਿਲਾ ਕਦਮ ਗੁਰੂ ਰਾਮਦਾਸ ਦੇ ਘਰ ਦੀ ਦਹਲੀਜ਼ ਤੋਂ ਅੰਦਰ ਪ੍ਰਕਰਮਾ ਵਿੱਚ ਰੱਖਿਆ, ਕਹਿੰਦੇ ਬ੍ਰਹਮਾਨੰਦ ਕੁਝ ਨਹੀਂ ਬੋਲੇ, ਕੇਵਲ ਨੇਤਰਾਂ ਦੇ ਵਿੱਚੋਂ ਜਲ ਆਉਣ ਲੱਗਾ ਤੇ ਗੁਰੂ ਰਾਮਦਾਸ ਨੂੰ ਹਾਜ਼ਰ ਜਾਣ ਕੇ ਲੰਮੇ ਪੈ ਕੇ ਡੰਡੌਤ ਕਰ ਦਿੱਤੀ। ਬੋਲੇ ਕੁਝ ਨਹੀਂ। ਬਾਬਾ ਬੁੱਢਾ ਸਾਹਿਬ ਜੀ ਦੀ ਬੇਰੀ ਹੇਠਾਂ ਬੈਠ ਕਰਕੇ ਕੇਵਲ ਕੀਰਤਨ ਸੁਣਿਆ। ਕਹਿੰਦੇ ਲਗਾਤਾਰ ਕੀਰਤਨ ਸੁਣਦੇ ਰਹੇ। ਜਦੋਂ ਵਾਪਸ ਅਸੀਂ ਰਿਸ਼ੀਕੇਸ਼ ਪਹੁੰਚੇ, ਕਹਿੰਦੇ ਸਵਾਮੀ ਕੁਝ ਨਹੀਂ ਸਨ ਬੋਲਦੇ, ਗੁੰਮਸੁੰਮ ਰਹਿਣ ਲੱਗ ਪਏ। ਇੱਕ ਦਿਨ ਮੈਂ ਜਾ ਕਰਕੇ ਪੁੱਛਿਆ, ਸਵਾਮੀ ਤੁਹਾਡਾ ਸਰੀਰ ਇੱਥੇ ਹੈ, ਤੁਹਾਡਾ ਮਨ, ਤੁਹਾਡੀ ਆਤਮਾ ਕਿੱਥੇ ਹੈ? ਤੁਸੀਂ ਬੋਲਦੇ ਕੁਝ ਨਹੀਂ, ਕਾਰਨ ਕੀ ਹੈ? ਸਵਾਮੀ ਬ੍ਰਹਮਾਨੰਦ ਰੋਣ ਕੇ ਕਹਿਣ ਲੱਗੇ, ਕਹਿੰਦੇ ਬੇਟਾ ਸਾਰੀ ਉਮਰ ਰੇਤ ਹੀ ਛਾਣਦਾ ਰਿਹਾ, ਭਾਵ ਰੇਤ ਦੇ ਫੱਕੇ ਮਾਰੇ। ਮੰਤਰ ਤਾਂ ਬਹੁਤ ਪੜ੍ਹੇ ਸੀ, ਰਿੱਧੀਆਂ ਸਿੱਧੀਆਂ ਤਾਂ ਬਹੁਤ ਸਨ, ਪਰ ਉਹਨਾਂ ਮੰਤਰਾਂ ਦੇ ਨਾਲ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਰੇਤ ਦਾ ਫੱਕਾ ਮਾਰ ਲਿਆ ਹੋਵੇ। ਪਰ ਜਿੱਦਣ ਗੁਰੂ ਰਾਮਦਾਸ ਦੇ ਘਰ ਜਾ ਕੇ ਇੱਕ ਵਾਰ ਵਾਹਿਗੁਰੂ ਕਿਹਾ ਸੀ ਨਾ, ਇੱਕ ਵਾਰ ਵਾਹਿਗੁਰੂ ਕਹਿਣ ਦੀ ਦੇਰ ਸੀ, ਇੰਜ ਲੱਗਾ ਜਿਵੇਂ ਜਨਮਾਂ ਜਨਮਾਂ ਦੀ ਮੈਲ ਧੁੱਪ ਗਈ ਹੋਵੇ। ਸਵਾਮੀ ਬ੍ਰਹਮਾਨੰਦ ਕਹਿੰਦਾ ਸੱਚ ਹੈ, ਅੱਜ ਸਰੀਰ ਬ੍ਰਹਮਾਨੰਦ ਦਾ ਭਾਰਤ ਵਿੱਚ ਘੁੰਮ ਰਿਹਾ, ਪਰ ਆਤਮਾ ਤੇ ਮੈਂ ਉਦਣ ਹੀ ਗੁਰੂ ਰਾਮਦਾਸ ਨੂੰ ਦੇ ਆਇਆ ਸਾਂ ਜਿੱਦਣ ਪਹਿਲੀ ਵਾਰ ਹਰਿਮੰਦਰ ਸਾਹਿਬ ਗਿਆ ਸਾਂ। ਇਹ ਬਖਸ਼ਿਸ਼, ਇਹ ਰਹਿਮਤ ਗੁਰੂ ਰਾਮਦਾਸ ਦੇ ਘਰ ਵਰਤਦੀ ਹੈ। ਦੁਨੀਆ ਦੇ ਖਜ਼ਾਨੇ ਭਾਵੇਂ ਸੰਸਾਰੀ ਹੋਣ, ਭਾਵੇਂ ਅਧਿਆਤਮਕ ਵਾਲੇ ਹੋਣ, ਖਤਮ ਹੋ ਸਕਦੇ ਆ, ਪਰ ਚੇਤੇ ਰੱਖਣਾ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਮੀਰੀ ਦਾ ਖਜ਼ਾਨਾ ਵੀ ਮਿਲਦਾ ਹੈ ਤੇ ਪੀਰੀ ਦਾ ਖਜ਼ਾਨਾ ਵੀ ਮਿਲਦਾ ਹੈ। ਜਿਹਦੀ ਦੁਨੀਆ ਵਿੱਚ ਕੋਈ ਬਾਹ ਨਾ ਫੜੇ, ਦੁਨੀਆ ਵਿੱਚ ਕਿਤੋਂ ਦੁੱਖ ਦੂਰ ਨਾ ਹੋਵੇ, ਭਟਕਿਆ ਨਾ ਕਰੋ,
ਭਾਵਨਾ ਨਾਲ ਗੁਰੂ ਰਾਮਦਾਸ ਦੇ ਘਰ ਵਿੱਚ ਆ ਕੇ ਅਰਦਾਸ ਕਰਿਆ ਕਰੋ। ਇੱਥੇ ਤੇ ਪਾਪੀ ਆ ਕੇ ਤਰ ਜਾਂਦੇ ਆ, ਤੁਹਾਡੇ ਉੱਤੇ ਤਾਂ ਫਿਰ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਵਰਤਦੀ ਹੈ। ਸੋ ਸਤਿਗੁਰੂ ਕਹਿੰਦੇ ਜਿਹੜਾ ਮਨ ਨੀਵਾਂ ਕਰਕੇ ਗੁਰੂ ਕੋਲ ਆਉਂਦਾ ਨਾ, ਸੱਚ ਹੈ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ। ਗੁਰੂ ਉਹਨੂੰ ਹੱਥ ਦੇ ਕੇ ਰੱਖਦਾ ਤੇ ਉਹ ਗੁਰੂ ਦੇ ਨਾਮ ਦਾ ਸਦਾ ਰੰਗ ਮਾਣਦਾ ਹੈ। ਸਾਚਾ ਸਾਹਿਬ ਸਦ ਮਿਹਰਬਾਨ। ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਇਹ ਬਖਸ਼ਿਸ਼ ਤਾਂ ਹੈ ਕਿਉਂਕਿ ਸਾਡਾ ਸਾਹਿਬ ਸੱਚਾ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਸਦਾ ਸੱਚਾ ਹੈ ਤੇ ਸਦਾ ਮਿਹਰਾਂ ਰਹਿਮਤਾਂ ਵਰਤਾਉਂਦਾ ਹੈ। ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ। ਸਤਿਗੁਰੂ ਕਹਿੰਦੇ ਇਹ ਦੁੱਖਾਂ ਨੂੰ ਬੰਨ ਲਾ ਦਿੰਦਾ ਹੈ। ਜਿਵੇਂ ਆਮ ਬੋਲੀ ਵਿੱਚ ਲੋਕ ਕਹਿੰਦੇ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡੇ ਕੰਮਾਂ ਨੂੰ ਕਿਸੇ ਨੇ ਬੰਨ ਦਿੱਤਾ ਹੋਵੇ। ਮੈਂ ਬੇਨਤੀ ਕਰਾਂ, ਜਿਹੜਾ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਕਰਦਾ, ਦੁਨੀਆ ਦੀ ਕੋਈ ਤਾਕਤ ਉਹਦੇ ਕਿਸੇ ਕੰਮ ਨੂੰ ਨਹੀਂ ਬੰਨ ਸਕਦੀ। ਸਤਿਗੁਰੂ ਕਹਿੰਦੇ ਨਾਮ ਜਪਣ ਵਾਲੇ ਦੇ ਦੁੱਖਾਂ ਨੂੰ ਗੁਰੂ ਦਾ ਨਾਮ ਬੰਨ ਦਿੰਦਾ ਹੈ ਤੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਕਲੇਸ਼ਾਂ ਦਾ ਖਾਤਮਾ ਹੋ ਜਾਂਦਾ, ਦੁੱਖਾਂ ਦਾ ਖਾਤਮਾ ਹੋ ਜਾਂਦਾ ਤੇ ਨਾਮ ਦੀ ਕਲਾ ਵਰਤ ਜਾਂਦੀ ਹੈ। ਰਹਾਉ ਵਿਸ਼ਰਾਮ ਦਿੰਦੇ ਹੋਏ ਸਤਿਗੁਰੂ ਅੱਗੇ ਬਚਨ ਕਰਦੇ ਹਨ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਮਹਾਰਾਜ ਕਹਿੰਦੇ ਅਸੀਂ ਉਸ ਨਿਰੰਕਾਰ ਦੀ ਰਹਿਮਤਾਂ ਬਾਰੇ ਦੱਸ ਰਹੇ ਹਾਂ ਜਿਨੇ ਇਸ ਸਰੀਰ ਨੂੰ ਸਾਜਿਆ ਹੈ, ਜਿਨੇ ਇਸ ਸਰੀਰ ਰੂਪੀ ਪਿੰਡ ਨੂੰ ਸਾਜ ਕਰਕੇ ਇਸ ਵਿੱਚ ਆਤਮਾ ਪਾਈ ਹੈ, ਸੰਸਾਰ ਤੇ ਭੇਜਿਆ ਤੇ ਸਾਨੂੰ ਖਾਣ ਵਾਸਤੇ ਪਦਾਰਥ ਦੇ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਆਪਣੀ ਬਾਣੀ ਦੇ ਅੰਦਰ, ਤੂੰ ਹੀ ਰਾਜ਼ ਰੋਜ਼ੀ ਦੇਹੋ ਦਸਤਗੀਰ, ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ। ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿੱਥੇ ਰੋਜ਼ੀ ਦਿੰਦਾ, ਰਿਜ਼ਕ ਦਿੰਦਾ, ਉੱਥੇ ਪਰਮਾਤਮਾ ਸਾਡੇ ਗੁਨਾਹਾਂ ਨੂੰ ਮਾਫ ਕਰਦਾ ਤੇ ਗੁਨਾਹਾਂ ਨੂੰ ਮਾਫ ਕਰਕੇ ਛੱਡਦਾ ਨਹੀਂ, ਬਾਹ ਪਕੜ ਕਰਕੇ ਪਰਮਾਤਮਾ ਆਪਣੀ ਗੋਦ ਵਿੱਚ ਥਾਂ ਦੇ ਦਿੰਦਾ ਹੈ। ਸਤਿਗੁਰੂ ਕਹਿੰਦੇ ਉਸ ਨਿਰੰਕਾਰ ਦੀ ਗੱਲ ਕਰ ਰਹੇ ਹਾਂ ਜਿਨੇ ਇਸ ਮਾਤ ਲੋਕ ਵਿੱਚ ਭੇਜਿਆ ਹੋਇਆ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿਹੜਾ ਉਹਦਾ ਦਾਸ ਹੋ ਜਾਂਦਾ ਹੈ ਨਾ, ਉਹਦੀ ਪੈਜ, ਉਹਦੀ ਲਾਜ ਗੁਰੂ ਆਪ ਰੱਖਦਾ ਹੈ। ਤੇ ਸਤਿਗੁਰੂ ਕਹਿੰਦੇ ਜਿਹੜਾ ਸਾਡੀ ਲਾਜ ਰੱਖਦਾ, ਮੈਂ ਉਹਦੇ ਤੋਂ ਸਦਾ ਕੁਰਬਾਨ ਜਾਨਾ, ਬਲਿਹਾਰੇ ਜਾਨਾ। ਖਾਲਸਾ ਜੀ, ਗੁਰੂ ਦਾ ਦਾਸ ਬਣਨਾ ਹੀ ਔਖਾ ਹੈ। ਇੱਕ ਵਾਰ ਜਿਹੜਾ ਗੁਰੂ ਦਾ ਦਾਸ ਬਣ ਜਾਂਦਾ, ਗੁਰੂ ਉਹਦੀ ਪਿੱਠ ਨਹੀਂ ਲੱਗਣ ਦਿੰਦਾ। ਭਾਈ ਤਾਰੂ ਸਿੰਘ ਦੀ ਗੁਰੂ ਨੇ ਪਿੱਠ ਨਹੀਂ ਲੱਗਣ ਦਿੱਤੀ। ਜੇ ਜ਼ਕਰੀਏ ਖਾਨ ਵਰਗੇ ਪਾਪੀ ਨੇ ਕਿਹਾ ਕਿ ਮੈਂ ਤੇਰੀ ਖੋਪੜੀ ਉਤਾਰ ਦਿਆਂਗਾ, ਫਿਰ ਦੱਸ ਤੂੰ ਕਿਸ ਤਰ੍ਹਾਂ ਸਿੱਖੀ ਨਿਭਾਵੇਂਗਾ। ਤੇ ਭਾਈ ਤਾਰੂ ਸਿੰਘ ਨੇ ਵੀ ਕਿਹਾ ਸੀ ਕਿ ਪਾਪੀਆ, ਮੈਂ ਵੀ ਗੁਰੂ ਦੇ ਭਰੋਸੇ ਤੇ ਬਚਨ ਕਰਦਾ ਕਿ ਮੇਰੀ ਖੋਪੜੀ ਤਾਂ ਉਤਰ ਜਾਏਗੀ, ਪਰ ਤੂੰ ਕਹਿਣਾ ਵੀ ਮੇਰੇ ਕੇਸ ਕੱਟਣੇ ਨੇ, ਮੈਨੂੰ ਸਿੱਖੀ ਤੋਂ ਦੂਰ ਕਰਨਾ। ਚੇਤੇ ਰੱਖੀ, ਆ ਗੁਰੂ ਕੇ ਸਿੱਖ ਦੀ ਜੁੱਤੀ ਹੋਵੇਗੀ ਤੇ ਤੇਰਾ ਸਿਰ ਹੋਵੇਗਾ ਤੇ ਤੇਰੇ ਸਿਰ ਤੇ ਜੁੱਤੀਆਂ ਮਾਰ ਕੇ ਤਾਰੂ ਸਿੰਘ ਨਰਕਾਂ ਵਿੱਚ ਛੱਡ ਕੇ ਆਵੇਗਾ। ਇਹ ਹੈ ਗੁਰੂ ਕੇ ਸਿੱਖ ਦੀ ਲਾਜ ਰੱਖਣੀ। ਗੁਰੂ ਕੇ ਸਿੱਖ ਦੀ ਪਿੱਠ ਗੁਰੂ ਕਦੇ ਨਹੀਂ ਲੱਗਣ ਦਿੰਦਾ। ਉਹੀ ਹੋਇਆ, ਖੋਪੜੀ ਉਤਰ ਗਈ, ਪਰ 21 ਦਿਨ ਭਾਈ ਤਾਰੂ ਸਿੰਘ ਜੀ ਬਿਨਾਂ ਖੋਪੜੀ ਤੋਂ ਜਿਉਂਦੇ ਰਹੇ। ਸਰੀਰ ਕਰਕੇ, ਆਤਮਾ ਕਰਕੇ ਸ਼ਹੀਦ ਸਦਾ ਹੀ ਜਿਉਂਦੇ ਜਾਗਦੇ ਆ। ਤੇ ਖਾਲਸਾ ਜੀ, ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾ ਕੇ ਵਿਖਾਈ। ਸੋ ਇੱਥੇ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਵਿੱਚ ਆਏ ਹੋਏ ਸ਼ਬਦ ਦੀ ਵਿਚਾਰ ਨੂੰ ਸੰਕੋਚਦੇ ਹੋਏ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਲੜੀਵਾਰ ਸ਼ਬਦ ਦੀ ਵਿਚਾਰ ਚੱਲਦੀ ਹੈ, ਉਸ ਨੂੰ ਆਰੰਭ ਕਰਦੇ ਹਾਂ। ਆਓ ਸਤਿਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਵਿਚਾਰ ਕਰਵਾ ਲੈਣ। ਸ਼ਲੋਕ ਮਹੱਲਾ ਪੰਜਵਾ। ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਮੰਜਾਈ, ਛੋੜਿਆ ਹੱਬ ਕਿਜ ਤਿਆਗੀ। ਗੁਰੂ ਸਰੂਪ ਗੁਰੂ ਖਾਲਸਾ ਜੀ, ਜੋ ਲੜੀਵਾਰ ਸ਼ਬਦ ਰਾਮ ਕਲੀ ਕੀ ਵਾਰ ਦੇ ਅੰਦਰ 14ਵੀਂ ਪੌੜੀ ਦੇ ਅੰਦਰ ਅੱਜ ਸ਼ਬਦ ਦੀ ਵਿਚਾਰ ਹੋਵੇਗੀ।
ਅੱਜ ਦੇ ਪਾਵਨ ਪਵਿੱਤਰ ਇਸ ਸ਼ਬਦ ਦੇ ਵਿੱਚ ਸਤਿਗੁਰੂ ਇਹ ਬਚਨ ਕਰਦੇ ਨੇ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਜ ਤਿਆਗੀ। ਦੁਨੀਆ ਵਿੱਚ ਬੰਦਾ ਕਿਉਂ ਭਟਕਦਾ ਹੈ? ਦੋ ਕਾਰਨਾਂ ਕਰਕੇ ਭਟਕਦਾ ਹੈ। ਆਪਣੀ ਉਸਤਤੀ ਸੁਣਨੀ ਚਾਹੁੰਦਾ, ਦੂਸਰੇ ਦੀ ਨਿੰਦਿਆ ਸੁਣਨੀ ਚਾਹੁੰਦਾ। ਭਾਵੇਂ ਧਾਰਮਿਕ ਵਿਅਕਤੀ ਹੈ ਤੇ ਭਾਵੇਂ ਸੰਸਾਰਕ ਬੰਦਾ ਹੈ। ਅੱਜ ਕਲਯੁਗ ਦੇ ਅੰਦਰ ਸਾਰਿਆਂ ਦੀ ਮੱਤ ਮਾਰੀ ਗਈ। ਹਰ ਬੰਦਾ ਆਪਣੀਆਂ ਸਿਫਤਾਂ ਤੇ ਦੂਸਰੇ ਦੀ ਨਿੰਦਿਆ ਸੁਣਨੀ ਚਾਹੁੰਦਾ। ਮੈਂ ਇੱਕ ਬੇਨਤੀ ਕਰਾਂ ਆਪ ਜੀ ਦੇ ਚਰਨਾਂ ਵਿੱਚ ਕਿ ਗੁਰੂ ਨਾਨਕ ਦੇ ਘਰ ਦਾ ਇੱਕ ਨਿਯਮ ਹੈ ਕਿ ਕਿਸੇ ਨੇ ਤੇਰੇ ਨਾਲ ਭਾਵੇਂ ਲੱਖ ਮਾੜਾ ਕੀਤਾ ਹੋਵੇ ਪਰ ਤੂੰ ਉਹਦਾ ਫਿਰ ਵੀ ਮਾੜਾ ਨਹੀਂ ਮੰਗਣਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਦੇ ਵੀ ਇਹ ਨਹੀਂ ਸੋਚਣਾ ਵੀ ਉਹਨੇ ਮੇਰੇ ਨਾਲ ਮਾੜਾ ਕੀਤਾ ਸੀ ਤਾਂ ਅੱਜ ਉਹ ਦੁਖੀ ਹੋ ਰਿਹਾ, ਉਹ ਭਟਕ ਰਿਹਾ, ਪਰੇਸ਼ਾਨ ਹੋ ਰਿਹਾ। ਕਹਿੰਦੇ ਸੁੱਖ ਵਿੱਚ ਭਾਵੇਂ ਕਿਸੇ ਦੀ ਬਾਹ ਫੜੀ ਨਾ ਫੜੀ, ਪਰ ਦੁੱਖ ਵਿੱਚ ਸਿੱਖ ਨੇ ਹਰ ਇੱਕ ਦੀ ਮਦਦ ਕਰਨੀ ਹੈ। ਇਹੀ ਕਾਰਨ ਹੈ ਵੀ ਜਿਨ੍ਹਾਂ ਸਿੱਖਾਂ ਨੂੰ ਸਰਕਾਰਾਂ ਕਦੇ ਅੰਤਕਵਾਦੀ, ਵੱਖਵਾਦੀ ਕਹਿੰਦੀਆਂ, ਉਹ ਦੁਨੀਆ ਵਿੱਚ ਕਿਤੇ ਵੀ ਵਿਪਤਾ ਆਈ ਹੋਵੇ ਤੇ ਬਾਬੇ ਨਾਨਕ ਦੇ ਸਿੱਖ ਫਿਰ ਵੀ ਉੱਥੇ ਲੰਗਰ ਲੈ ਕੇ ਪਹੁੰਚ ਜਾਂਦੇ ਆ, ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਸੋ ਖਾਲਸਾ ਜੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਬੰਦਾ ਦੋ ਕਾਰਨਾਂ ਕਰਕੇ ਭਟਕਦਾ ਹੈ। ਇਸ ਲਈ ਮਹਾਰਾਜ ਆਪਣੇ ਆਪ ਨੂੰ ਸੰਬੋਧਨ ਹੋ ਕਰਕੇ ਬਚਨ ਕਰਦੇ ਆ ਕਿ ਮੈਂ ਉਸਤਤ ਕਰਾਉਣੀ ਤੇ ਦੂਸਰੇ ਦੀ ਨਿੰਦਿਆ ਸੁਣਨੀ ਜਾਂ ਕਰਨੀ ਦੋਵੇਂ ਛੱਡ ਦਿੱਤੀ ਹੈ। ਸਤਿਗੁਰੂ ਦੇ ਬਚਨ ਨੇ ਆਪਸ ਕੋ ਜੋ ਜਾਣੈ ਨੀਚਾ, ਸਊ ਗਨੀਐ ਸਭ ਤੇ ਉੱਚਾ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਨਾ ਕਿਸੇ ਦੀ ਨਿੰਦਿਆ ਕਰਨੀ ਹੈ, ਨਾ ਆਪਣੀਆਂ ਸਿਫਤਾਂ ਸੁਣਨੀਆਂ ਹਨ। ਹੱਬੇ ਸਾਕ ਕੂੜਾ ਵੇ ਡਿਠੇ, ਤਾਉ ਪੱਲੇ ਤੈਂਡਾ ਲਾਗੀ। ਇਹ ਸ਼ਬਦ ਵਿੱਚ ਪਾਤਸ਼ਾਹ ਜੀ ਦੀ ਅਵਸਥਾ ਬਿਆਨ ਹੋ ਰਹੀ ਹੈ। ਬੰਦਾ ਤੇ ਸੰਸਾਰ ਵਿੱਚ ਉਲਝਿਆ ਪਿਆ, ਮਾਇਆ ਦੇ ਵਿੱਚ ਉਲਝਿਆ ਪਿਆ। ਮਹਾਰਾਜ ਕਹਿੰਦੇ ਮੈਂ ਉਸਤਤ ਕਰਾਉਣੀ ਤੇ ਦੂਸਰੇ ਦੀ ਨਿੰਦਿਆ ਸੁਣਨੀ ਜਾਂ ਕਰਨੀ ਛੱਡ ਦਿੱਤੀ ਹੈ। ਸੰਸਾਰ ਦੇ ਵਿੱਚ ਨਾ ਕਿਸੇ ਨੂੰ ਮਾੜਾ ਬੋਲੀਦਾ, ਨਾ ਚੰਗਾ ਆਪਣੇ ਬਾਰੇ ਸੁਣੀਦਾ, ਕਿਉਂਕਿ ਇਹ ਹੰਗਤਾ ਦੀ ਨਿਸ਼ਾਨੀ ਹੁੰਦੀ ਹੈ। ਸਤਿਗੁਰੂ ਕਹਿੰਦੇ ਉਹਦਾ ਕਾਰਨ ਇਹ ਹੈ, ਹੱਬੇ ਸਾਕ ਕੁੜਾਵੇ ਡਿਠੇ ਤੋ ਪੱਲੇ ਤੈਡੇ ਲਾਗੀ। ਕਿ ਦੁਨੀਆ ਦੇ ਵਿੱਚ ਜਿੰਨੇ ਵੀ ਸਾਕ ਸੰਬੰਧੀ ਆ, ਜਿੰਨੇ ਵੀ ਰਿਸ਼ਤੇ ਆ, ਸਾਰੇ ਮੈਨੂੰ ਝੂਠ ਜਾਪਦੇ ਆ। ਤੇ ਇਸ ਕਰਕੇ ਦੁਨੀਆ ਦੇ ਸਾਰੇ ਰਿਸ਼ਤਿਆਂ ਦੇ ਵਿੱਚੋਂ ਜਦੋਂ ਮੈਂ ਝੂਠ ਵੇਖ ਲਿਆ ਤੇ ਇਹ ਅਕਾਲ ਪੁਰਖ ਵਾਹਿਗੁਰੂ ਮੈਂ ਤੇਰਾ ਪੱਲਾ ਫੜਿਆ, ਹੁਣ ਮੈਂ ਤੇਰੇ ਪੱਲੇ ਨਾਲ ਲੱਗਿਆ, ਤੂੰ ਮੇਰੀ ਬਾਂਹ ਨਾ ਛੱਡੀ, ਮੇਰੀ ਬਾਂਹ ਨੂੰ ਭੁਲਾਵੀਂ ਨਾ, ਮੈਨੂੰ ਭੁਲਾਵੀਂ ਨਾ। ਖਾਲਸਾ ਜੀ, ਅੱਜ ਦੁਨੀਆ ਵਿੱਚ ਕਈ ਵਾਰ ਲੋਕ ਇਸੇ ਗੱਲ ਤੋਂ ਚਿੰਤਤ ਹੋ ਜਾਂਦੇ ਆ, ਪਰੇਸ਼ਾਨ ਹੋ ਜਾਂਦੇ ਆ ਕਿ ਸਾਡੇ ਨਾਲ ਕੋਈ ਰਿਸ਼ਤੇਦਾਰ ਬੋਲਦਾ ਨਹੀਂ, ਸਾਡੇ ਨਾਲ ਕੋਈ ਰਿਸ਼ਤਾ ਨਹੀਂ ਨਿਭਾਉਂਦਾ, ਸਾਡੇ ਨਾਲ ਕੋਈ ਮੁਹੱਬਤ ਨਹੀਂ ਕਰਦਾ। ਮੈਂ ਬੇਨਤੀ ਕਰਾਂ, ਕਦੇ ਵੀ ਦੁਨੀਆ ਦੇ ਵਿੱਚ ਦੁਨਿਆਵੀ ਮੁਹੱਬਤ ਦੀ, ਦੁਨਿਆਵੀ ਰਿਸ਼ਤਿਆਂ ਦੀ ਮੰਗ ਨਾ ਕਰਿਆ ਕਰੋ। ਦੁਨੀਆ ਦੇ ਵਿੱਚ ਰਿਸ਼ਤੇ ਉਦੋਂ ਤੱਕ ਹੀ ਰਹਿੰਦੇ ਆ ਜਦੋਂ ਤੱਕ ਤੁਹਾਡੇ ਨਾਲ ਮਤਲਬ ਹੋਵੇ। ਜੇ ਤੁਹਾਡੇ ਨਾਲ ਕੋਈ ਨਹੀਂ ਨਿਭਾ ਰਿਹਾ, ਸਮਝ ਲਓ ਤੁਹਾਡੇ ਨਾਲ ਅਗਲੇ ਦਾ ਮਤਲਬ ਖਤਮ ਹੋ ਚੁੱਕਿਆ। ਦੁਨੀਆ ਵਿੱਚ ਕੇਵਲ ਤੇ ਕੇਵਲ ਇੱਕੋ ਰਿਸ਼ਤਾ ਸੱਚਾ ਹੈ, ਸਿੱਖ ਦਾ ਤੇ ਗੁਰੂ ਦਾ। ਗੁਰੂ ਨੇ ਸਿੱਖ ਦੇ ਕੋਲੋਂ ਕੋਈ ਲਾਲਚ ਨਹੀਂ ਰੱਖਿਆ। ਸਿੱਖ ਗੁਰੂ ਕੋਲੋਂ ਭਾਵੇਂ ਲੱਖਾਂ ਵਾਰ ਆ ਕੇ ਮੰਗਤਾ ਹੋਵੇ, ਸਿੱਖ ਭਾਵੇਂ ਗੁਰੂ ਤੋਂ ਬੇਮੁਖ ਵੀ ਹੋ ਜਾਵੇ, ਗੁਰੂ ਤਾਂ ਵੀ ਸਿੱਖ ਦੀ ਬਾਂਹ ਨਹੀਂ ਛੱਡਦਾ। ਸੋ ਸਤਿਗੁਰੂ ਕਹਿੰਦੇ ਦੁਨੀਆ ਦੇ ਸਾਰੇ ਰਿਸ਼ਤੇ ਜਦੋਂ ਝੂਠੇ ਵੇਖ ਲਏ ਕਿ ਦੁਨੀਆ ਵਿੱਚ ਸਭ ਕੁਝ ਝੂਠ ਹੈ, ਨਾਨਕ ਵਖਾਣੈ ਬੇਨਤੀ ਤੁਦਬਾਜ ਕੂੜੋ ਕੂੜ, ਕਿ ਉਸ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਸਭ ਕੁਝ ਝੂਠ ਹੈ। ਉਸ ਸਮੇਂ ਬਸ ਮੈਂ ਫਿਰ ਗੁਰੂ ਨੂੰ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਤੇ ਗੁਰੂ ਦਾ ਪੱਲਾ ਪਕੜ ਲਿਆ। ਅੱਜ ਦੁਨੀਆ ਵਿੱਚ ਇਸ ਚੀਜ਼ ਦੀ ਲੋੜ ਹੈ ਕਿ ਅਸੀਂ ਭਾਵੇਂ ਸਮਾਜ ਵਿੱਚ ਵਿਚਰਦੇ ਹਾਂ, ਸਮਾਜਿਕ ਤੌਰ ਤੇ ਰਿਸ਼ਤੇ ਵੀ ਨਿਭਾਉਣੇ ਆ, ਪਰ ਰਿਸ਼ਤਿਆਂ ਨਾਲੋਂ ਜ਼ਿਆਦਾ ਅਹਿਮੀਅਤ ਹਮੇਸ਼ਾ ਗੁਰੂ ਨੂੰ ਦੇਣੀ ਚਾਹੀਦੀ ਹੈ, ਗੁਰੂ ਦੀ ਬਾਣੀ ਨੂੰ ਦੇਣੀ ਚਾਹੀਦੀ ਹੈ। ਘਰ ਵਿੱਚ 4 ਪ੍ਰਾਹੁਣੇ ਆ ਜਾਣ, ਸਿੱਖ ਨਿਤਨੇਮ ਛੱਡ ਦਿੰਦਾ, ਰਹਿਰਾਸ ਸਾਹਿਬ ਦਾ ਵੇਲਾ ਖੁੰਝਾ ਦਿੰਦਾ। 4 ਪ੍ਰਾਹੁਣੇ ਆ ਜਾਣ, ਅੱਧੀ ਰਾਤ ਤੱਕ ਗੱਲਾਂ ਕਰਦਾ ਰਹਿੰਦਾ, ਅੰਮ੍ਰਿਤ ਵੇਲੇ ਨਿਤਨੇਮ ਛੱਡ ਦਿੰਦਾ। ਉੱਥੇ ਖਾਲਸਾ ਜੀ ਇਹ ਪੰਕਤੀ ਦੇ ਅਰਥ ਸਮਝਿਆ ਕਰੋ। ਹੱਬੇ ਸਾਖ ਕੁੜਾਵੇ ਡਿਠੇ, ਇਹ ਸਭ ਝੂਠ ਹੈ। ਦੁਨਿਆਵੀ ਗੱਲਾਂ ਦੇ ਵਿੱਚੋਂ ਕੱਖ ਨਹੀਂ ਮਿਲਣਾ। ਭਾਵੇਂ ਜਿਤਨਾ ਮਰਜੀ ਪ੍ਰੇਮੀ ਸੱਜਣ ਆਇਆ ਹੋਵੇ, ਉਹਨੂੰ ਕਿਆ ਕਰੀਏ, ਸੰਧਿਆ ਸਮਾਂ ਹੋ ਗਿਆ, ਆ ਬਹਿ ਕੇ ਰਹਿਰਾਸ ਸਾਹਿਬ ਦਾ ਪਾਠ ਕਰੀਏ। ਤੇ ਜੇ ਰਾਤ ਹੈ, ਰਾਤ ਨੂੰ ਸਮੇਂ ਸਿਰ ਸੌਂ ਕਰਕੇ ਅੰਮ੍ਰਿਤ ਵੇਲੇ
ਉਸ ਰਿਸ਼ਤੇਦਾਰ ਨੂੰ ਨਾਲ ਬਿਠਾ ਕਰਕੇ ਨਿਤਨੇਮ ਵਿੱਚ ਹਾਜ਼ਰੀ ਲਾਇਆ ਕਰੀਏ, ਤਾਂ ਹੀ ਗੁਰੂ ਦੇ ਪੱਲੇ ਨਾਲ ਲੱਗਿਆ ਜਾਣਾ ਹੈ। ਮਹੱਲਾ ਪੰਜਵਾ। ਫਿਰਦੀ ਫਿਰਦੀ ਨਾਨਕ ਜੀ, ਹਉ ਫਾਵੀ ਥੀ ਬਹੁਤ ਦਿਸਾਵਰ ਪੰਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਸਾਰਾ ਕੁਝ ਝੂਠ, ਕੇਵਲ ਘਰ ਬੈਠਿਆਂ ਪਤਾ ਨਹੀਂ ਲੱਗਾ। ਦੁਨੀਆ ਦੇ ਵਿੱਚ ਬਹੁਤ ਭਟਕੇ, ਦੁਨੀਆ ਦੇ ਵਿੱਚ ਬਹੁਤ ਪੰਧ ਮੁਕਾਇਆ। ਸੱਚਮੁੱਚ ਇੱਕ ਸਰੀਰ ਦਾ ਪੰਧ ਹੁੰਦਾ, ਇੱਕ ਆਤਮਾ ਦਾ ਪੰਧ ਹੁੰਦਾ। ਅਸੀਂ ਸਰੀਰ ਦਾ ਪੰਧ, ਸਰੀਰ ਦਾ ਸਫ਼ਰ ਵੇਖਦੇ ਹਾਂ, ਸਤਿਗੁਰੂ ਦੀ ਬਾਣੀ ਆਤਮਾ ਦਾ ਸਫ਼ਰ ਵੇਖਦੀ ਹੈ। ਇਸੇ ਲਈ ਕਿਹਾ, ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ, ਇਹ ਤੀਕ ਨਾ ਜਾਣੋ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਆਹ ਰਿਸ਼ਤੇਦਾਰੀਆਂ ਇਸ ਜਨਮ ਵਿੱਚ ਨਹੀਂ, ਪਤਾ ਨਹੀਂ ਕਿੰਨੇ ਕੇ ਜਨਮਾਂ ਤੋਂ ਤੂੰ ਨਿਭਾਉਂਦਾ ਆ ਰਿਹਾ, ਪਰ ਪਰਮਾਤਮਾ ਦਾ ਨਾਮ ਨਹੀਂ ਜਪ ਕੇ ਵੇਖਿਆ। ਕਹਿੰਦੇ ਭਗਤ ਕਬੀਰ ਜੀ ਨੂੰ ਇੱਕ ਦਿਨ ਉਹਨਾਂ ਦੀ ਮਾਂ ਨੇ ਕਿਹਾ, ਬੇਟਾ ਤੂੰ ਘਰ ਵਿੱਚ ਰਹਿਣਾ, ਤੇਰਾ ਘਰ ਦੇ ਜੀਆਂ ਨਾਲ ਮੋਹ ਕੋਈ ਨਹੀਂ। ਭਗਤ ਕਬੀਰ ਜੀ ਕਹਿੰਦੇ, ਮਾਂ ਮੈਂ ਕੀ ਕਰਾਂ, ਤੇਰੇ ਨਾਲ ਕੇਵਲ ਰਿਸ਼ਤਾ ਇਸ ਜਨਮ ਦਾ ਨਹੀਂ, ਤੇਰੇ ਨਾਲ ਪਿਛਲੇ ਵੀ ਕਈ ਜਨਮਾਂ ਵਿੱਚ ਰਿਸ਼ਤੇ ਨਿਭਾਏ। ਕਦੇ ਮਾਂ ਬਣੀ ਤੂੰ ਮੇਰੀ, ਕਦੇ ਮੈਂ ਤੇਰਾ ਪੁੱਤਰ ਬਣਿਆ। ਇਸ ਜਨਮ ਵਿੱਚ ਵੀ ਮਾਂ ਪੁੱਤ ਦਾ ਰਿਸ਼ਤਾ ਹੈ, ਪਰ ਮਾਂ ਹੁਣ ਇੱਕ ਸੋਝੀ ਹੋ ਗਈ। ਐਸੇ ਘਰ ਹਮ ਬਹੁ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਜਦੋਂ ਮੈਂ ਨਾਮ ਜਪਿਆ ਮੈਨੂੰ ਪਤਾ ਲੱਗ ਗਿਆ ਆਤਮਾ ਤੇ ਪਤਾ ਨਹੀਂ ਕਿੰਨੇ ਜਨਮਾਂ ਤੋਂ ਰਿਸ਼ਤੇ ਨਿਭਾਉਂਦੇ ਆ ਰਹੀ ਹੈ, ਪਰ ਜਿਸ ਦੇ ਨਾਲ ਰਿਸ਼ਤਾ ਨਿਭਾਉਣ ਵਾਸਤੇ ਜਨਮ ਮਿਲਦਾ ਹੈ, ਉਸ ਨਿਰੰਕਾਰ ਨਾਲ, ਵਾਹਿਗੁਰੂ ਨਾਲ ਕਦੇ ਰਿਸ਼ਤਾ ਨਿਭਾ ਕੇ ਨਹੀਂ ਵੇਖਿਆ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਆ ਕਿ ਭਾਈ ਇਹ ਆਤਮਾ ਨੇ ਬਹੁਤ ਜ਼ਿਆਦਾ ਪੰਧ ਮੁਕਾਇਆ। ਪੰਧ ਮੁਕਾ ਕਰਕੇ ਪਤਾ ਲੱਗਾ ਦੁਨੀਆ ਵਿੱਚ ਕੋਈ ਬਾਂਹ ਨਹੀਂ ਫੜਦਾ, ਦੁੱਖਾਂ ਵੇਲੇ ਸਾਰੇ ਸਾਥ ਛੱਡ ਦਿੰਦੇ ਆ, ਪਰ ਰੱਬ ਬੰਦੇ ਦਾ ਕਦੇ ਸਾਥ ਨਹੀਂ ਛੱਡਦਾ। ਤਾਹੋ ਸੁਖ ਸੁਖਾਲੀ ਸੁਤੀ, ਜਾ ਗੁਰ ਮਿਲ ਸੱਜਣ ਮੈਂ ਲੱਦਾ। ਸੋ ਸਤਿਗੁਰੂ ਕਹਿੰਦੇ ਹੁਣ ਜੇ ਜੀਵਨ ਦੇ ਵਿੱਚ ਸੁੱਖ ਵਰਤ ਰਿਹਾ, ਉਹਦਾ ਕਾਰਨ ਇਹ ਹੈ ਕਿ ਗੁਰੂ ਦੇ ਨਾਲ ਮਿਲ ਕਰਕੇ ਮੈਨੂੰ ਉਸ ਨਿਰੰਕਾਰ ਦੇ ਨਾਮ ਦੀ ਪ੍ਰਾਪਤੀ ਹੋ ਗਈ ਹੈ। ਉਹ ਸੱਜਣ ਮਿਲ ਚੁੱਕਿਆ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਜਿਸ ਦਰਗਾਹ ਵਿੱਚ ਜਾ ਕੇ ਲੇਖਾ ਜੋਖਾ ਹੋਣਾ, ਉਸ ਦਰਗਾਹ ਦੇ ਲੇਖੇ ਜੋਖੇ ਵਿੱਚ ਜਿਸ ਸੱਜਣ ਨੇ ਆ ਕੇ ਮੇਰੇ ਨਾਲ ਖੜਨਾ ਹੈ, ਹੁਣ ਮੈਨੂੰ ਗੁਰੂ ਦੀ ਕਿਰਪਾ ਨਾਲ ਉਸ ਸੱਜਣ ਦੀ ਪ੍ਰਾਪਤੀ ਹੋ ਚੁੱਕੀ ਹੈ। ਉਸ ਦਰਗਾਹ ਦੇ ਵਿੱਚ ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਉੱਥੇ ਨਾਮ ਨੇ ਸਹਾਇਤਾ ਕਰਨੀ ਹੈ, ਉੱਥੇ ਗੁਰੂ ਨੇ ਸਹਾਇਤਾ ਕਰਨੀ ਹੈ। ਪੌੜੀ ਸਭੇ ਦੁਖ ਸੰਤਾਪ, ਜਾਂ ਤੁਧੋ ਭੁੱਲੀਆ। ਅੱਜ ਹਰ ਬੰਦਾ ਪੁੱਛਦਾ ਮੇਰੇ ਜੀਵਨ ਵਿੱਚ ਦੁੱਖ ਕਿਉਂ ਨੇ, ਮੈਂ ਦੁਖੀ ਕਿਉਂ ਆ। ਇਸ ਪੌੜੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਕਿ ਇਨਸਾਨ ਦੁਖੀ ਕਿਉਂ ਹੈ, ਬੰਦਾ ਕਿੰਨਾ ਕਾਰਨਾਂ ਕਰਕੇ ਦੁਖੀ ਹੈ। ਸਤਿਗੁਰੂ ਕਹਿੰਦੇ ਸਭੇ ਦੁੱਖ ਸੰਤਾਪ ਜਾਂ ਤੁਧੋ ਭੁੱਲੀਐ। ਕਹਿੰਦੇ ਜਦੋਂ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ, ਨਾਮ ਨੂੰ ਭੁੱਲ ਜਾਂਦਾ ਹੈ, ਜਦੋਂ ਸਿੱਖ ਨਿਤਨੇਮ ਨੂੰ ਭੁੱਲ ਜਾਂਦਾ ਹੈ, ਵਾਹਿਗੁਰੂ ਦੇ ਅਭਿਆਸ ਨੂੰ ਭੁੱਲ ਜਾਂਦਾ ਹੈ, ਬਸ ਉਦੋਂ ਦੁਨੀਆ ਦੇ ਸਾਰੇ ਦੁੱਖ ਦੇ ਜੀਵਨ ਵਿੱਚ ਆ ਜਾਂਦੇ ਆ। ਪਰ ਜੇ ਨਾਮ ਜਪਦਾ ਹੋਵੇ ਕੋਈ ਦੁੱਖ ਨਹੀਂ ਆਉਂਦਾ। ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, ਗਮ ਚੇ ਬਾਸ਼ਿਦ ਚੀਸਤ ਸਾਦੀ, ਦੁਖੀ ਕਿਉਂ ਹੈ ਬੰਦਾ ਤੇ ਬੰਦਾ ਸੁਖੀ ਕਿਵੇਂ ਹੋ ਸਕਦਾ। ਕਲਗੀਧਰ ਜੀ ਕਹਿੰਦੇ ਗਫਲਤ ਅਜ਼ਿਆਦੇ ਖੁਦਾ, ਕਹਿੰਦੇ ਪਰਮਾਤਮਾ ਦੀ ਯਾਦ ਤੋਂ ਮੁਨਕਰ ਹੋਣ ਕਰਕੇ ਬੰਦਾ ਦੁਖੀ ਹੈ। ਤੇ ਜੇ ਸੁਖੀ ਹੋਣਾ ਚਾਹੁੰਦਾ, ਯਾਦੇ ਬੇਇੰਤਹਾ, ਅੱਠੇ ਪਹਿਰ ਪਰਮਾਤਮਾ ਨੂੰ ਯਾਦ ਕਰੇ, ਪਰਮਾਤਮਾ ਦਾ ਨਾਮ ਜਪੇ, ਸਾਰੇ ਸੁੱਖ ਦੁਨੀਆ ਦੇ ਘਰ ਵਿੱਚ ਆ ਜਾਣਗੇ। ਜੇ ਕੀਚਨ ਲਾਖੀ ਉਪਾਵ, ਤਾਂ ਕਹੀ ਨਾ ਭੁੱਲੀਆ। ਮਹਾਰਾਜ ਕਹਿੰਦੇ ਰੱਬ ਨੂੰ ਭੁੱਲ ਕਰਕੇ ਜਦੋਂ ਬੰਦਾ ਦੁਖੀ ਹੋਵੇ ਨਾ, ਫਿਰ ਬੜੇ ਉਪਾਵ ਕਰਦਾ ਹੈ। ਕਹਿੰਦੇ ਇੱਕ ਜਾਂ ਦੋ ਨਹੀਂ, ਲੱਖਾਂ ਉਪਾਵ ਕਰ ਲੇ, ਪਰ ਸੱਚ ਹੈ ਬੰਦੇ ਦਾ ਕੋਈ ਵੀ ਉਪਾਵ ਦੁੱਖਾਂ ਤੋਂ ਬਚਾ ਨਹੀਂ ਸਕਦਾ। ਮੱਖਣ ਸ਼ਾਹ ਲਬਾਣਾ ਜੀ ਜਦੋਂ ਡੁੱਬਦੇ ਬੇੜੇ ਵਿੱਚ ਸਨ, ਤੇ ਡੁੱਬਦੇ ਬੇੜੇ ਦੇ ਵਿੱਚ ਜਦੋਂ ਬੰਦਾ ਹੋਵੇ, ਦੁਨੀਆ ਕਹਿੰਦੀ ਹੈ ਹੱਥ ਪੈਰ ਮਾਰੋ,
ਆਵਾਜ਼ਾਂ ਲਾਵੋ ਕੋਈ ਸੁਣ ਲਵੇ। ਉਦੋਂ ਮੱਖਣ ਸ਼ਾਹ ਲਬਾਣੇ ਨੇ ਹੱਥ ਪੈਰ ਨਹੀਂ ਮਾਰਿਆ, ਆਵਾਜ਼ਾਂ ਨਹੀਂ ਲਾਈਆਂ, ਬਲਕਿ ਪਤਾ ਸੀ ਹੁਣ ਕਿਸੇ ਨੇ ਬਾਂਹ ਨਹੀਂ ਫੜਨੀ, ਕਿਸੇ ਨੇ ਬਾਹਰਲੀ ਆਵਾਜ਼ ਨਹੀਂ ਸੁਣਨੀ। ਚੌਂਕੜਾ ਲਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਗੁਰੂ ਨੂੰ ਆਵਾਜ਼ ਲਾਈ ਤੇ ਧੰਨ ਗੁਰੂ ਤੇਗ ਬਹਾਦਰ ਨੇ ਡੁੱਬਦੇ ਬੇੜੇ ਨੂੰ ਬੰਨਾ ਲਾ ਦਿੱਤਾ। ਮੋਢਾ ਲਾ ਕਰਕੇ ਸਤਿਗੁਰੂ ਨੇ ਡੁੱਬਦਾ ਬੇੜਾ ਵੀ ਪਾਰ ਕਰ ਦਿੱਤਾ। ਖਾਲਸਾ ਜੀ, ਪਰ ਤਾਂ ਜਦੋਂ ਭਾਈ ਮੱਖਣ ਸ਼ਾਹ ਲਬਾਣੇ ਨੇ ਗੁਰੂ ਨੂੰ ਆਵਾਜ਼ ਲਾਈ ਸੀ, ਅੱਜ ਦੁੱਖ ਆ ਜਾਵੇ ਲੋਕ ਪਖੰਡੀਆਂ ਕੋਲ ਭਟਕਦੇ ਆ, ਲੋਕ ਉਹਨਾਂ ਕੋਲ ਭਟਕਦੇ ਆ ਜਿਹੜੇ ਧਾਗੇ ਤਵੀਤ ਦੇਈ ਜਾਂਦੇ ਆ। ਮੈਂ ਬੇਨਤੀ ਕਰਾਂ, 1 ਜਾਂ 2 ਦਿਨ ਤੇ ਬਹੁਤ ਚੰਗਾ ਲੱਗੇਗਾ, ਪਰ ਚੇਤੇ ਰੱਖਿਓ ਜੇ ਆਪਰੇਸ਼ਨ ਦੇ ਨਾਲ ਬਿਮਾਰੀ ਠੀਕ ਹੋਣੀ ਹੋਵੇ ਤੇ 2 ਦਿਨ ਦੀਆਂ ਪੇਨ ਕਿਲਰਾਂ ਬਿਮਾਰੀ ਠੀਕ ਨਹੀਂ ਕਰਦੀਆਂ, ਫਿਰ ਆਪਰੇਸ਼ਨ ਹੀ ਕਰਵਾਉਣਾ ਪੈਂਦਾ। ਤੇ ਇੱਥੇ ਗੁਰੂ ਆਪਰੇਸ਼ਨ ਕਰਦਾ ਹੈ ਸਿੱਖ ਦਾ, ਨਾਮ ਦੇ ਧਾਤੂ ਦੇ ਨਾਲ। ਇੱਥੇ ਗੁਰੂ ਕੋਲ ਆ ਕਰਕੇ ਨਾਮ ਜਪੀਏ ਤਾਂ ਹੀ ਦੁਨੀਆ ਦੇ ਸੁੱਖ ਝੋਲੀ ਵਿੱਚ ਪੈਂਦੇ ਹਨ। ਜਿਸਨੂੰ ਵਿਸਰੈ ਨਾਉ ਸੋ ਨਿਰਧਨ ਕਾਂਡੀਆ। ਮਹਾਰਾਜ ਕਹਿੰਦੇ ਦੁਨੀਆ ਵਿੱਚ ਬੰਦਾ ਧਨ ਪਿੱਛੇ ਭੱਜਦਾ, ਪਰ ਕਹਿੰਦੇ ਜਿਹਨੂੰ ਨਾਮ ਵਿਸਰ ਜਾਵੇ ਉਹਨੂੰ ਕਦੇ ਮਾਇਆ ਦੇ ਸੁੱਖ ਨਹੀਂ ਮਿਲਦੇ, ਸੰਸਾਰ ਦੇ ਸੁੱਖ ਕਦੇ ਪ੍ਰਾਪਤ ਨਹੀਂ ਹੁੰਦੇ। ਜਿਹਨੂੰ ਨਾਮ ਮਿਲ ਜਾਵੇ ਉਹਦੀ ਫਿਰ ਮਾਇਆ ਦਾਸੀ ਬਣ ਜਾਂਦੀ ਹੈ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਿਸ਼ੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ। ਨਾਮ ਜਪਣ ਵਾਲੇ ਦੇ ਚਰਨਾਂ ਦੇ ਵਿੱਚ ਦੁਨੀਆ ਦੀ ਮਾਇਆ ਰੁਲਦੀ ਹੈ। ਜਿਸਨੂੰ ਵਿਸਰੈ ਨਾਉ ਸੋ ਜੋਨੀ ਹਾਂਡੀਆ। ਜਿਹਨੂੰ ਨਾਮ ਭੁੱਲ ਜਾਂਦਾ, ਮਹਾਰਾਜ ਕਹਿੰਦੇ ਸਦਾ 84 ਲੱਖ ਜੂਨੀਆਂ ਦੇ ਵਿੱਚ ਭਟਕਦਾ ਰਹਿੰਦਾ ਹੈ। ਜਿਸ ਖਸਮ ਨ ਆਵੈ ਚਿਤ ਤਿਸ ਜਮ ਡੰਡ ਦੇ। ਕਹਿੰਦੇ ਜਿਹਨੂੰ ਖਸਮ ਭੁੱਲ ਜਾਵੇ, ਖਸਮ ਚੇਤੇ ਨਾ ਆਵੇ, ਉਹਨੂੰ ਜਮਦੂਤ ਵੀ ਆ ਕੇ ਡੰਡੇ ਮਾਰਦੇ ਹਨ। ਜਿਸ ਖਸਮ ਨ ਆਵੀ ਚਿਤ ਰੋਗੀ ਸੇ ਗਣੇ। ਜਿਹਨੂੰ ਰੱਬ ਭੁੱਲ ਜਾਵੇ, ਗੁਰੂ ਭੁੱਲ ਜਾਵੇ, ਉਹ ਸਦਾ ਰੋਗੀ ਬਣਿਆ ਰਹਿੰਦਾ, ਬਿਮਾਰ ਹੀ ਰਹਿੰਦਾ ਹੈ। ਜਿਸ ਖਸਮ ਨ ਆਵੀ ਚਿਤ ਸੋ ਖਰੋ ਅਹੰਕਾਰੀਆ। ਤੇ ਜਿਹਨੂੰ ਰੱਬ ਭੁੱਲਿਆ ਹੋਵੇ ਉਹਨੂੰ ਹੰਕਾਰ ਹੁੰਦਾ, ਜਿਹਨੂੰ ਹੰਕਾਰ ਹੋਵੇ ਉਹਦੀ ਮੱਤ ਮਾਰੀ ਜਾਂਦੀ ਹੈ। ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ। ਸਦਾ ਭਟਕਦਾ ਹੈ, ਜਿਹਨੂੰ ਨਾਮ ਭੁੱਲ ਜਾਵੇ ਜਗਤ ਵਿੱਚ ਕਦੇ ਸੁਖੀ ਨਹੀਂ ਹੋ ਸਕਦਾ। ਇਸ ਲਈ ਸਤਿਗੁਰੂ ਕਹਿੰਦੇ ਨਾਮ ਜਪੋ, ਨਾਮੇ ਸੁਖ ਪਾਵੋ। ਨਾਮ ਜਪੋਗੇ ਤੇ ਇਸ ਲੋਕ ਪਰਲੋਕ ਦੇ ਸੁੱਖ ਮਿਲਣਗੇ। ਇਹ ਸਤਿਗੁਰੂ ਅੱਜ ਦੇ ਸ਼ਬਦ ਵਿੱਚ ਬਚਨ ਕਰਦੇ ਹਨ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਇਸ ਅਲਪੱਗ ਜੀਵ ਤੋਂ ਵਿਚਾਰ ਕਰਨੀ ਨਾਮੁਮਕਿਨ ਹੈ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ। ਗੁਰੂ ਖਾਲਸਾ ਪੰਥ ਬਖਸ਼ਣ ਯੋਗ ਹੈ। ਦਾਸ ਨੂੰ ਬਖਸ਼ ਦੇਣਾ, ਅਰਦਾਸ ਕਰਨੀ। ਸਤਿਗੁਰੂ ਕਲਗੀਧਰ ਪਾਤਸ਼ਾਹ ਆਪਣੇ ਚਰਨਾਂ ਨਾਲ ਨਿਭਾ ਲੈਣ। ਆਪ ਸਭ ਸੰਗਤ ਦਾ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਜਿਨ੍ਹਾਂ ਇਹ ਸੁਭਾਗੀਆਂ ਘੜੀਆਂ ਦਾਸ ਦੀ ਝੋਲੀ ਵਿੱਚ ਪਾਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਸੇਵਾਦਾਰਾਂ ਦਾ, ਸਿੰਘ ਸਹਿਬਾਨਾਂ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਜਿਸ ਖਸਮ ਨ ਆਵੀ ਚਿਤ ਸੋ ਖਰੋ ਅਹੰਕਾਰੀਆ। ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।